मैं हाँ कुलवंत सिंह खबरां दी खबर प्रोग्राम दे विच अज साडे नाल एक बार फिर पंजाबी पत्रकारिता दे मुੱਢ पंजाबी पत्रकारिता दे बड़े वड्डे नाम बलतेज पन्नू हाज़र ने। चर्चा रहेगी पंचायती जमीनां दे उत्ते जिहड़ा संकट जिहड़ा आया उस नूं लैके ते गलबात करांगे कि ये संकट दे दौरान जिहड़ा फायदा किहनूं होण वाला है ते सब तो वध नुकसान किहनूं होएगा। पन्नू साहब तुहाडा न्यूज़ एशिया पंजाबी ते बहुत बहुत स्वागत है। मेहरबानी जी, धन्नवाद जी। पन्नू साहब पंचायती ਜ਼ਮੀਨਾਂ ਨੂੰ ਲੈ ਕੇ ਖੜਿਆਲ ਦੀ ਇੱਕ ਤੁਸੀਂ ਵੀਡੀਓ ਵੀ ਸ਼ੇਅਰ ਕੀਤੀ ਸੀ ਤੇ ਉਸ ਤੋਂ ਪਹਿਲਾਂ ਜਿਹੜਾ ਇੱਕ ਘਰਾਚੋਂ ਵਾਲਾ ਮਾਮਲਾ ਵੀ ਸਾਹਮਣੇ ਆਇਆ। ਇਸ ਤੋਂ ਇਲਾਵਾ ਜਿਹੜੇ ਨੈਸ਼ਨਲ ਹਾਈਵੇ ਜਿਹੜੇ ਨੇ ਉਹਨਾਂ ਦਾ ਵੀ ਕਾਫੀ ਰੌਲਾ ਪੈ ਰਿਹਾ ਹੈ। ਇਹ ਅਚਾਨਕ ਜਿਹੜਾ ਇਹ ਹਊਆ ਕਿਉਂ ਕ੍ਰੀਏਟ ਹੋ ਕੇ ਖੜਾ ਹੋਇਆ ਜੀ? ਐਕਚੁਅਲੀ ਇਹਦੇ ਤੁਹਾਨੂੰ ਥੋੜੀ ਜਿਹੀ ਬੈਕਗਰਾਊਂਡ ਦੇ ਉੱਤੇ ਜਾਣਾ ਪਊਗਾ। ਜਿਹੜਾ ਐਦਕੀ ਜ਼ਿਆਦਾ ਕੰਟਰੋਵਰਸੀ ਛਿੜੀ ਉਹ ਮੱਤੇਵਾੜਾ ਜੰਗਲ ਤੋਂ ਛਿੜੀ ਸੀਗੀ ਕਿ ਸਰਕਾਰ ਨੇ ਇਹ ਕਰ ਦਿੱਤਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹ ਲੈ ਕੇ ਅਸੀਂ ਬਣਾਉਣੇ ਇੰਡਸਟਰੀਅਲ ਜ਼ੋਨ ਬਣਾਉਣੇ ਆ। ਇਹਦਾ ਨਵਾਂ ਨਾਮ ਦੇ ਦਿੱਤਾ। ਨਹੀਂ ਤਾਂ ਜੇ ਤੁਸੀਂ 2002 ਤੋਂ 7 ਵਾਲੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਤੁਹਾਨੂੰ ਯਾਦ ਹੋਣਾ ਉਦੋਂ SEZ ਚੱਲਦਾ ਸੀਗਾ, ਸਪੈਸ਼ਲ ਇਕਨੋਮਿਕ ਜ਼ੋਨ। ਔਰ ਉਹਦੇ ਵਿੱਚ ਕਿੰਨੀਆਂ ਜ਼ਮੀਨਾਂ ਸੀਗੀਆਂ ਵੱਡੇ ਅਦਾਰਿਆਂ ਨੂੰ ਜਿਹੜੀਆਂ ਲੈ ਕੇ ਦਿੱਤੀਆਂ ਗਈਆਂ। ਉਹਨਾਂ ਦੇ ਵਿੱਚੋਂ ਕੋਈ ਇੰਡਸਟਰੀ ਲੱਗੀ ਹੋਈ ਤੁਸੀਂ ਦਿਖਾ ਦਿਓ ਵੀ ਫਲਾਨੀ ਜਗ੍ਹਾ ਉੱਤੇ ਲੱਗੀ ਹੈ। ਉਹ ਕੀ ਕਰਦੇ ਆ, ਜਿਹੜੇ ਲੈਂਡ ਜਿਹੜੀ ਆ ਉਹ ਸਰਕਾਰ ਅਕਵਾਇਰ ਕਰਕੇ ਤੇ ਉਹ ਦੇ ਦਿੰਦੀ ਆ ਉਹਨਾਂ ਨੂੰ। ਇਹ ਮੋਸਟਲੀ ਜਿਹੜੀਆਂ ਫਰੀ ਵਾਂਗੂ ਜੀ ਉਹ ਮੁੜ ਕੇ ਕੀ ਕਰਦੇ ਆ, ਉਹਦੀ ਜ਼ੋਨਿੰਗ ਚੇਂਜ ਕਰਾ ਲੈਂਦੇ ਕੁਝ ਸਾਲਾਂ ਤੋਂ ਬਾਅਦ। ਉਹ ਕਹਿੰਦੇ ਜੀ ਇੰਡਸਟਰੀ ਤਾਂ ਇੱਥੇ ਲੱਗ ਨਹੀਂ ਰਹੀ, ਕਰਨੀ ਨਹੀਂ, ਮੁੜ ਕੇ ਪਲਾਟ ਕੱਟ ਕੇ ਉਹਦੀ ਕਲੋਨੀ ਬਣਾ ਕੇ ਵੇਚ ਦਿੰਦੇ ਆ। ਉਹਦੇ ਵਿੱਚੋਂ ਪੈਸੇ ਕਾਰਪੋਰੇਟ ਅਦਾਰੇ ਜਿਹੜੇ ਉਹ ਬਣਾਉਂਦੇ ਆ। ਇਹ ਨਵਾਂ ਕੀਤਾ ਗਿਆ ਸੀਗਾ ਕਿ ਹੁਣ ਪੰਚਾਇਤੀ ਜ਼ਮੀਨਾਂ ਸ਼ਾਮਲਾਟ ਜਿਹੜੀਆਂ ਪਈਆਂ ਨੇ ਉਹ ਲੈ ਲਈਆਂ ਜਾਣ। ਅੱਛਾ, ਪਈਆਂ ਕਿੰਨੀਆਂ ਕਿ ਨੇ, ਇਹ ਬੜਾ ਵੱਡਾ ਸਵਾਲ ਹੈ। ਪੰਚਾਇਤੀ ਜ਼ਮੀਨਾਂ ਜਿਹੜੀਆਂ ਕਬਜ਼ਾ ਸਰਕਾਰ ਕਹਿੰਦੀ ਜੀ ਕਿ ਇਹਦੇ ਉੱਤੇ ਕਬਜ਼ੇ ਬਹੁਤ ਹੋਏ ਆ, ਇਸ ਕਰਕੇ ਅਸੀਂ ਚੜਾਉਣੀਆਂ। ਇਸ ਪੰਚਾਇਤਾਂ ਨੂੰ ਤਾਂ ਕੁਝ ਮਿਲਦਾ ਨਹੀਂ ਗਾ, ਅਸੀਂ ਚੜਾ ਕੇ ਉੱਥੇ ਇੰਡਸਟਰੀ ਲਾਵਾਂਗੇ। ਪੰਜਾਬ ਦੇ ਵਿੱਚ ਕਿਹੜੀ ਇੰਡਸਟਰੀ ਲੱਗ ਸਕਦੀ ਹੈ? ਪੰਜਾਬ 'ਚ ਇੱਕੋ ਇੰਡਸਟਰੀ ਲੱਗ ਸਕਦੀ ਆ ਜਿਹੜੀ ਖੇਤੀ ਨਾਲ ਰਿਲੇਟਡ ਇੰਡਸਟਰੀ ਹੋਵੇ। ਜਦੋਂ ਕਿ ਇਹ ਕੀਤਾ ਜਾ ਰਿਹਾ ਕਿ ਵੀ ਤੁਸੀਂ ਜ਼ਮੀਨਾਂ ਛੁਡਵਾਓ। ਜੇ ਕੀ ਸਰਕਾਰ ਦੇ ਹੱਥ ਖੜੇ ਆ ਕਿ ਉਹ ਜ਼ਮੀਨਾਂ ਨਹੀਂ ਛੁਡਵਾ ਸਕਦੀ ਜਿਨ੍ਹਾਂ ਨੇ ਕਬਜ਼ੇ ਕੀਤੇ ਆ? ਕਿਸੇ ਨੇ ਵੀ ਕਬਜ਼ੇ ਕੀਤੇ ਔਰ ਮੈਕਸਿਮਮ ਇਹਦੇ ਵਿੱਚੋਂ ਰਾਜਨੀਤਿਕ ਲੋਕਾਂ ਦੇ ਕਬਜ਼ੇ ਆ। ਉਹਦੇ ਉੱਤੇ ਕਿਉਂ ਨਹੀਂ ਛੁਡਵਾਈਆਂ ਜਾ ਸਕਦੀਆਂ? ਛੁਡਵਾ ਕੇ ਪੰਚਾਇਤਾਂ ਨੂੰ ਦਿੱਤੀਆਂ ਜਾਣ। ਉਹਨਾਂ ਨੂੰ ਇਹ ਕਿਹਾ ਜਾਵੇ ਕਿ ਜਿਹੜੀ ਇਹਦੇ ਤੋਂ ਤੁਹਾਨੂੰ ਪੈਸੇ ਆਉਂਦੇ, ਜਿਹੜੇ ਇਨਕਮ ਆਉਂਦੀ ਆ, ਹਿੱਸੇ ਠੇਕੇ 'ਤੇ ਦਿੰਦੇ ਆ, ਉਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਹੋਵੇ। ਇਸੇ ਕਰਕੇ ਉਹ ਪਿੰਡਾਂ ਦੀਆਂ ਜ਼ਮੀਨਾਂ ਨੇ। ਹੁਣ ਸਰਕਾਰ ਜਿਹੜੀ ਆ ਉਹ ਇਹ ਖੋਹ ਲੈਣਾ ਚਾਹੁੰਦੀ ਆ। ਮੱਤੇਵਾੜਾ ਤੋਂ ਗੱਲ ਚੱਲੀ ਸੀ, ਉਹ ਸਰਪੰਚ ਕਹਿੰਦੀ ਵੀ ਮੈਂ ਤਾਂ ਅਨਪੜ੍ਹ ਸੀ, ਮੈਨੂੰ ਤਾਂ ਪਤਾ ਨਹੀਂ ਇਹਨਾਂ ਨੇ ਲਿਜਾ ਕੇ ਮੇਰਾ ਅੰਗੂਠਾ ਕਿੱਥੇ ਲਵਾ ਲਿਆ। ਉਹ ਤਾਂ ਬਾਅਦ 'ਚ ਪਤਾ ਲੱਗਾ ਵੀ ਪਿੰਡ ਦੀ ਜ਼ਮੀਨ ਜਿਹੜੀ ਸੀ ਉਹ ਸਾਰੀ ਲੈ ਗਏ। ਉਹ ਇੰਡਸਟਰੀ ਕਹਿੰਦੇ ਹੱਬ ਬਣ ਰਿਹਾ ਇੱਥੇ ਇੰਡਸਟਰੀ ਆ, ਉਹਦੇ ਵਿੱਚ ਉਹ ਜੰਗਲ ਵੀ ਆਉਂਦਾ, ਮੱਤੇਵਾੜਾ ਜਿਹੜਾ ਜੰਗਲ ਸੀਗਾ। ਸਰਕਾਰ ਹਾਲਾਂਕਿ ਸਪਸ਼ਟੀਕਰਨ ਨੇ ਸਰਕਾਰ ਨੇ ਉਹ ਦਿੱਤਾ ਵੀ ਨਹੀਂ ਅਸੀਂ ਜੰਗਲ ਨੂੰ ਨਹੀਂ ਜਿਹੜਾ ਉਹ ਛੇੜਨਾ, ਅਸੀਂ ਤਾਂ ਜ਼ਮੀਨ ਜਿਹੜੀ ਆ ਉਹ ਲੈਣੀ ਆ। ਜਦੋਂ ਕਿ ਜਿਹੜੀ ਜ਼ਮੀਨ ਦਿੱਤੀ ਜਾ ਰਹੀ ਆ ਉਹਦੇ ਵਿੱਚ ਜੰਗਲ ਵੀ ਆਉਂਦਾ, ਉਹ ਸਾਰੇ ਰੁੱਖ ਜਿਹੜੇ ਆ ਉਹ ਕੱਟੇ ਜਾਣੇ ਆ। ਟੋਟਲ ਜਿਹੜਾ ਜੰਗਲਾਤ ਆ ਉਹ 21% ਚਾਹੀਦਾ ਤੇ ਪੰਜਾਬ ਦੇ ਕੋਲੇ 5.25% ਸਾਰਾ ਜੰਗਲਾਤ ਰਹਿ ਗਿਆ। ਤਕਰੀਬਨ ਹੜਪ ਗਏ ਇਸ ਜੰਗਲਾਤ ਨੂੰ। ਸਮਝ ਨਹੀਂ ਆਉਂਦੀ। ਇੱਕ ਅਖਬਾਰ ਜਲੰਧਰ ਵਾਲੇ ਨੇ ਇੱਕ ਵਾਰੀ ਮੁਹਿੰਮ ਤੋਰੀ ਸੀ, ਉਹ ਬੂਟੇ ਕਿੱਥੇ ਗਏ? 500 ਸਾਲਾਂ ਦੇ ਉੱਤੇ ਸਰਕਾਰ ਨੇ ਕਿਹਾ 500 ਬੂਟਾ ਹਰ ਪਿੰਡ 'ਚ ਲੱਗੂਗਾ। ਤੁਹਾਨੂੰ ਯਾਦ ਹੋਣਾ ਇੱਕ ਬੜਾ ਵੱਡਾ ਬਜਟ ਸੀਗਾ, ਉਹ ਬੂਟੇ ਕਿਸੇ ਨੇ ਦੇਖੇ? ਕਿਸੇ ਨੇ ਨਹੀਂ ਦੇਖੇ। ਹੁਣ ਸਰਕਾਰ ਕਹਿੰਦੀ ਆ ਨਵੇਂ ਬਜਟ ਦੇ ਵਿੱਚ ਕਿ 400 ਬੂਟਾ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਉਹ ਲਾਉਣਾ। 400 ਤੇ 500 900 ਹੋ ਗਿਆ। 9 ਬੂਟੇ ਵੀ ਕਿਸੇ ਪਿੰਡ ਦੇ ਵਿੱਚ ਤੁਸੀਂ ਜਿਹੜਾ ਉਹ ਦਿਖਾ ਦਿਓ। ਹਰ ਪੱਖੋਂ ਤੁਸੀਂ ਲਾਓਗੇ ਕਿੱਥੇ? ਪੰਚਾਇਤੀ ਜ਼ਮੀਨਾਂ ਤੁਸੀਂ ਉਹ ਲੈਣੀਆਂ ਸ਼ੁਰੂ ਕਰਤੀਆਂ। ਘਰਾਚੋਂ ਵਾਲੀ ਸਟੋਰੀ ਬੜੀ ਇੰਟਰਸਟਿੰਗ ਆ ਜੀ, ਜਿੱਥੋਂ ਹੁਣ ਲੇਟੈਸਟ ਸ਼ੁਰੂ ਹੋਈ ਦੀ ਜਿਹੜਾ ਮੱਤੇਵਾੜਾ ਤੋਂ ਬਾਅਦ। ਉਹ ਇਹ ਆ ਕਿ ਸਰਕਾਰ ਕਹਿੰਦੀ ਕਿ ਅਸੀਂ ਇੱਥੇ ਬਣਾਉਣਾ ਸਰਕਾਰੀ ਮੈਡੀਕਲ ਕਾਲਜ। ਬੜੀ ਚੰਗੀ ਗੱਲ ਆ, ਸਰਕਾਰੀ ਮੈਡੀਕਲ ਕਾਲਜ ਆਉਣਾ ਚਾਹੀਦਾ। 1971 ਦੇ ਵਿੱਚ ਲਾਸਟ ਸਰਕਾਰੀ ਮੈਡੀਕਲ ਕਾਲਜ ਪੰਜਾਬ 'ਚ ਆਇਆ ਸੀ, ਫਰੀਦਕੋਟ ਵਾਲਾ। 4 ਸਰਕਾਰੀ ਮੈਡੀਕਲ ਕਾਲਜ ਨੇ ਪੰਜਾਬ ਦੇ ਵਿੱਚ। ਹਾਂਜੀ, ਉਦੋਂ ਬਾਅਦ ਇੱਕ ਆਇਆ, ਉਹ ਮੋਹਾਲੀ ਦੇ ਵਿੱਚ ਆਇਆ। 7 ਸਾਲ ਹੋ ਗਏ ਉਹਨੂੰ ਆਏ ਨੂੰ, ਅਜੇ ਤੱਕ ਸਟਾਫ ਨਹੀਂ ਰੱਖ ਕੇ ਦਿੱਤਾ। ਇਸ ਕਰਕੇ ਮੈਂ ਉਹਨੂੰ ਉਹਦੀ ਗਿਣਤੀ 'ਚ ਨਹੀਂ ਗਿਣਦਾ। 4 ਸਰਕਾਰੀ ਮੈਡੀਕਲ ਕਾਲਜ ਨੇ। ਪੰਜਾਬ ਨਾਲੋਂ ਜਿਹੜੇ ਛੋਟੇ ਸੂਬੇ ਨੇ ਉਹ 6 8 ਸਰਕਾਰੀ ਮੈਡੀਕਲ ਕਾਲਜ ਲਈ ਬੈਠੇ ਨੇ। ਰਾਜਸਥਾਨ ਕੋਲੇ 16 ਨੇ, ਹਿਮਾਚਲ ਕੋਲੇ 6 ਨੇ, ਹਰਿਆਣੇ ਕੋਲੇ 7 ਨੇ। ਮਤਲਬ ਸਾਡੇ ਸਭ ਤੋਂ ਵੱਧ ਹੈ। ਅਸੀਂ ਉਸ ਪਾਸੇ ਨਹੀਂ, ਪਿੰਮਸ ਬਣਾਇਆ ਸੀ ਇੱਕ ਸਰਕਾਰ ਨੇ, ਚਲੋ ਗੱਲ ਹੋਰ ਪਾਸੇ ਨਾ ਚੱਲ ਜੇ। ਪਿੰਮਸ ਬਣਾਇਆ, ਪਿੰਮਸ ਬਣਾ ਕੇ ਇਹਨਾਂ ਨੇ ਕੀ ਕੀਤਾ, ਉਹ ਦੇਤਾ ਇੱਕ ਧਨਾੜ ਪਰਿਵਾਰ ਨੂੰ। ਸਰਕਾਰ ਦੀ ਜ਼ਮੀਨ, ਸਰਕਾਰ ਦਾ ਢਾਂਚਾ, ਸਰਕਾਰ ਨੇ ਬਿਲਡਿੰਗ ਉਸਾਰੀ, ਸਾਰਾ ਇਨਫਰਾਸਟਰਕਚਰ ਬਣਾ ਕੇ ਇੱਕ ਧਨਾੜ ਪਰਿਵਾਰ ਨੂੰ ਦਿੱਤਾ ਵੀ ਤੁਸੀਂ ਮੈਡੀਕਲ ਕਾਲਜ। ਹੁਣ ਉਹਨਾਂ ਦਾ ਨਾ ਤਜਰਬਾ, ਨਾ ਲੈਣ ਨਾ ਦੇਣ। ਉਹ ਜਿੰਨੀ ਦੇਰ ਸਰਕਾਰ ਪਿਛਲੀ ਰਹੀ ਉਹ ਚਲਾਈ ਗਏ।
ਹੁਣ ਉਹ ਦੇਤਾ ਇੱਕ ਵੱਡੇ ਮੈਡੀਕਲ ਅਦਾਰੇ ਨੂੰ, ਜਲੰਧਰ ਦੇ ਵਿੱਚ ਪ੍ਰਾਈਮ ਲੋਕੇਸ਼ਨ ਦੇ ਉੱਤੇ ਆ ਉਹ 5 ਕਰੋੜ ਰੁਪਏ ਠੇਕੇ ਤੇ ਦਿੱਤਾ। ਮੇਰੀ ਜਾਣਕਾਰੀ ਦੇ ਮੁਤਾਬਕ ਉਹ 5 ਕਰੋੜ ਨਹੀਂ ਦੇ ਰਹੇ। ਕਿਉਂ ਨਹੀਂ ਦੇ ਰਹੇ ਕਿ ਉਹ ਆਪਣੇ ਜਿਹੜਾ ਉਹਨਾਂ ਦਾ ਸੀਏ ਆ ਉਹ ਲਿਖਦਾ ਸਾਨੂੰ ਇੰਨਾ ਘਾਟਾ ਜਿਹੜਾ ਉਹ ਪੈ ਰਿਹਾ। ਇਹ ਇੱਕ ਪੁਆਇੰਟ ਹੈ ਕਿ ਸਾਨੂੰ ਸਰਕਾਰੀ ਮੈਡੀਕਲ ਕਾਲਜ ਚਾਹੀਦੇ ਆ। ਜੇ ਚਾਹੀਦਾ ਸੀ ਤਾਂ ਘਰਾਚੋਂ ਦੇ ਵਿੱਚ ਇਹ ਹੋਇਆ ਕੁਲਵੰਤ ਸਿੰਘ ਜੀ ਕਿ ਉੱਥੇ ਜਿਹੜਾ ਸਰਪੰਚ ਆ ਨੌਜਵਾਨ ਆ ਪੜ੍ਹਿਆ ਲਿਖਿਆ, ਜਿਨ੍ਹਾਂ ਪਿੰਡਾਂ ਨੇ ਜ਼ਮੀਨ ਦਿੱਤੀ, ਹੁਣ ਪਟਿਆਲੇ ਦੇ ਨੇੜੇ ਸਿੱਧੂਵਾਲ ਇਹਨਾਂ ਨੇ ਜ਼ਮੀਨ ਪਹਿਲਾਂ ਦਿੱਤੀ ਲਾਅ ਯੂਨੀਵਰਸਿਟੀ ਨੂੰ, ਇਹਨਾਂ ਨੇ ਸਾਈਨ ਕੀਤੇ ਉਹਦੇ 'ਚ 2 ਸੀਟਾਂ ਸਾਡੀਆਂ ਜਿਹੜੀਆਂ ਹਰ ਵਾਰੀ ਪਿੰਡ ਦੀਆਂ ਹੋਣਗੀਆਂ, ਕਲਾਸ 4 ਤੱਕ ਜਿਹੜੇ ਬੰਦੇ ਰੱਖਣੇ, ਕਿੰਨੇ ਬੰਦੇ ਉਸ ਪਿੰਡ ਦੇ ਜਿਹੜੇ ਹੋਣਗੇ, ਇਹ ਤਾਂ ਹੁੰਦੀ ਸਿਆਣਪ ਜਿਹੜੇ ਤੇ ਹੁਣ ਜਿਹੜੀ ਉੱਥੇ ਦੂਸਰੀ ਬਣਦੀ ਸਪੋਰਟਸ ਯੂਨੀਵਰਸਿਟੀ ਉਹ ਵੀ ਉਹਨੇ ਦਿੱਤੀ ਆ, ਇਸੇ ਦੇ ਦਿੱਤੀ ਆ। ਬਹੁਤੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਚੁੱਪ ਕੀਤੀਆਂ ਲੈ ਗਏ, ਪਿੰਡਾਂ ਨੂੰ ਮਿਲਿਆ ਹੀ ਕੱਖ ਨਹੀਂ ਜਿਹੜਾ। ਅੱਛਾ, ਉਹ ਪੜ੍ਹਿਆ ਲਿਖਿਆ ਸਰਪੰਚ ਆ, ਉਹ ਕਹਿੰਦਾ ਜੀ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦਿਖਾਓ ਵੀ ਇਹ ਪ੍ਰਾਈਵੇਟ ਆ ਕਿ ਸਰਕਾਰੀ ਹੈ। ਕਹਿੰਦੇ ਜੀ ਸਰਕਾਰੀ ਹੈ। ਉਹ ਕਾਗਜ਼ ਪੱਤਰ ਚੈੱਕ ਕੀਤੇ, ਇਹ PPP ਵਰਸਸ ਜਿਹੜਾ ਸਰਕਾਰ ਉਹਦੇ ਨਾਲ ਆਉਂਦਾ, ਇਹ ਪ੍ਰਾਈਵੇਟ ਜਿਹੜਾ ਉਹਦੇ ਵਿੱਚ 70% ਪ੍ਰਾਈਵੇਟ ਸੀ ਤੇ 30% ਸੀਗਾ ਜੀ ਉਹ ਜਿਹੜਾ ਸਰਕਾਰੀ। ਅੱਛਾ, 23.5 ਕਿੱਲੇ ਜ਼ਮੀਨ ਦੇ ਸਰਪੰਚ ਨੂੰ ਕਿਹਾ ਵੀ ਇੱਥੇ ਕਰ ਸਾਈਨ, ਉਹ ਕਹਿੰਦਾ ਜੀ ਮੈਂ ਸਾਈਨ ਨਹੀਂ ਕਰਦਾ। ਉਹਨਾਂ ਨੇ ਕੀ ਕੀਤਾ ਜੀ, ਜਿਹੜੀ ਸੀ ਸੱਦ ਲਈ ਗ੍ਰਾਮ ਸਭਾ ਸੱਦੀ ਜਦੋਂ ਕਿਸਾਨੀ ਰੌਲਾ ਪਿਆ, ਉਹਦੇ ਵਿੱਚ ਉਹਨਾਂ ਨੇ ਇੱਕ ਮਤਾ ਇਹ ਵੀ ਪਾਤਾ ਵੀ ਜੇ ਕੋਈ ਵੀ ਅਦਾਰਾ ਜਿਹੜਾ ਪ੍ਰਾਈਵੇਟ ਆਉਂਦਾ ਅਸੀਂ ਉਹਨੂੰ ਜ਼ਮੀਨ ਨਹੀਂ ਦੇਣੀ। ਉਹ ਮਤਾ ਉਹਦੇ ਵਿੱਚ ਪੈ ਗਿਆ। ਇਹਨਾਂ ਨੇ ਕੀ ਕੀਤਾ, ਅਫਸਰਸ਼ਾਹੀ ਨੇ ਰਾਤੋਂ ਰਾਤ ਸੱਦ ਕੇ ਰਾਤ ਨੂੰ ਜਿਹੜੀ ਉਹ ਖੋਲੀ ਗਈ ਕਚਹਿਰੀ, ਖੋਲ ਕੇ ਤੇ ਉੱਥੇ ਜ਼ਮੀਨ ਨਾ ਕਰ ਲਈ। ਇੰਤਕਾਲ ਵੀ ਰਾਤ ਨੂੰ ਹੋ ਗਿਆ ਜੀ, ਜਦੋਂ ਕਿ ਗ੍ਰਾਮ ਸਭਾ ਕੋਲੇ ਪਾਵਰ ਬੜੀ ਹੈ, ਬਹੁਤ ਪਾਵਰ। ਮੱਤੇਵਾੜਾ ਜੰਗਲ ਵਾਲੀ ਉੱਥੇ ਵੀ ਗ੍ਰਾਮ ਸਭਾ ਸੱਦੀ ਗਈ ਸੀ, ਇੱਥੇ ਵੀ ਗ੍ਰਾਮ ਸਭਾ ਨੇ, ਇਹਨਾਂ ਨੇ ਉਹ ਗ੍ਰਾਮ ਸਭਾ ਦਾ ਮਤਾ ਲਾ ਕੇ ਪਹੁੰਚ ਗਏ ਹਾਈ ਕੋਰਟ ਵੀ ਇਹ ਸਾਨੂੰ ਕਹਿੰਦੇ ਸੀ ਸਰਕਾਰੀ ਮੈਡੀਕਲ ਕਾਲਜ ਆ ਵੀ ਆਹ ਦੇਖੋ ਇਹ ਤਾਂ 70% ਤਾਂ ਪ੍ਰਾਈਵੇਟ ਹੈ, ਅਸੀਂ ਪ੍ਰਾਈਵੇਟ ਅਦਾਰੇ ਨੂੰ ਨਹੀਂ ਦੇਣੀ। ਇਹ ਗ੍ਰਾਮ ਸਭਾ ਦਾ ਫੈਸਲਾ, ਪੰਚਾਇਤ ਦਾ ਨਹੀਂ। ਪੰਚਾਇਤ ਦਾ ਫੈਸਲਾ ਉਲੱਦਿਆ ਜਾ ਸਕਦਾ, ਗ੍ਰਾਮ ਸਭਾ ਦਾ ਨਹੀਂ ਉਲੱਦਿਆ ਜਾ ਸਕਦਾ। ਜਦੋਂ ਇਹ ਫਸ ਗਏ ਤੇ ਇਹਨਾਂ ਨੇ ਆਪ ਹੀ ਲਿਖ ਕੇ ਫੈਸਲੇ ਤੋਂ 3 ਦਿਨ ਪਹਿਲਾਂ ਉੱਥੇ ਜ਼ਮੀਨ ਦੇ ਆ ਵੀ ਆਹ ਲਓ ਆਪਣੀ ਜ਼ਮੀਨ, ਅਸੀਂ ਨਹੀਂ ਲੈਂਦੇ। ਹੁਣ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਜਿਹੜਾ ਜੀ ਉਹ BDP ਉਹਨੂੰ ਵੀ ਹੁਕਮ ਕਰਤੇ ਵੀ ਜਿਹੜੀ ਉਹ ਇੰਤਕਾਲ ਵਗੈਰਾ ਕੀਤਾ ਸੀ ਉਹ ਸਾਰਾ ਕੁਝ ਰੱਦ, ਉਹ ਕੈਂਸਲ ਜਿਹੜਾ ਹੋ ਗਿਆ। ਇਹ ਘਰਾਚੋਂ ਵਾਲਿਆਂ ਨੇ ਜ਼ਮੀਨ ਜਿਹੜੀ ਜੀ ਉਹ ਬਚਾ ਲਈ ਆਪਣੀ। ਔਰ ਇਸੇ ਤਰੀਕੇ ਦੇ ਨਾਲ ਖੜਿਆਲ ਪਿੰਡ ਉਹ ਹਾਲਾਂਕਿ ਇਹੋ ਜਿਹਾ ਨਹੀਂ ਹੈਗਾ, ਉਹ ਥੋੜ੍ਹਾ ਜਿਹਾ ਡਿਫਰੈਂਟ। ਉਹ 300 ਕਨਾਲ ਦੇ ਕਰੀਬ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਕਬਜ਼ਾ, ਕਾਂਗਰਸੀ ਸਰਪੰਚ ਹੈ, ਉਹ ਜ਼ਮੀਨ ਨੂੰ ਛਡਾਉਣੀ ਚਾਹੁੰਦਾ ਹੈ ਵੀ ਜਿਹੜੀ ਜ਼ਮੀਨ ਸਾਡੇ 1984-85 ਕਾਗਜ਼ਾਂ 'ਚ ਬੋਲਦੀ ਸੀ ਉਹ ਘਟਦੀ 19-20 ਦੇ ਵਿੱਚ ਆ ਕੇ ਇੰਨੀ ਘਟ ਕਿੱਥੇ ਗਈ, ਉਹ ਕਿੱਥੇ ਗਈ ਜੀ, ਉਹ ਕਿਸ ਜਗ੍ਹਾ ਦੇ ਉੱਤੇ ਜਿਹੜੀ ਉਹ ਲੱਗੀ ਉੱਥੇ। ਹੁਣ ਉਹ ਜਿਨ੍ਹਾਂ ਨੇ ਜ਼ਮੀਨ ਦੱਬੀ ਹੋਈ ਆ ਉਹ ਸਰਪੰਚ ਦੇ ਉਲਟ ਨੇ, ਉਹਦੇ 'ਚ ਨਾਲ ਅਫਸਰਸ਼ਾਹੀ ਵੀ ਕੁਝ ਜਿਹੜੀ ਆ ਉਹ ਰਲੀ ਹੋਈ ਆ। ਹਰ ਜਗ੍ਹਾ ਦੇ ਉੱਤੇ ਤੁਸੀਂ ਜਿੱਥੇ ਵੀ ਦੇਖੋਗੇ ਇੱਕ ਸਿਆਸੀ ਬੰਦਾ ਉਹਦੇ ਪਿੱਛੇ ਆ, ਉਹ ਸਿਆਸਤਦਾਨ ਉਹਦੇ ਪਿੱਛੇ ਆ। ਚਾਹੇ ਤੁਸੀਂ ਮੱਤੇਵਾੜਾ ਤੇ ਚੱਲ ਜਾਓ, ਚਾਹੇ ਘਰਾਚੋਂ ਚੱਲ ਜਾਓ, ਚਾਹੇ ਤੁਸੀਂ ਇੱਥੇ ਆ ਜਾਓ, ਹਰੇਕ ਜਗ੍ਹਾ ਦੇ ਉੱਤੇ ਭੂਮੀ ਮਾਫੀਆ ਜਿਹੜਾ ਨਾ ਜੀ ਉਹ ਮਿਲ ਕੇ ਇਹਨਾਂ ਜ਼ਮੀਨਾਂ ਨੂੰ ਖਾ ਰਿਹਾ। ਔਰ ਸਰਕਾਰ ਇੱਕ ਕਿਸਮ ਦੇ ਨਾਲ ਚੁੱਪ ਕੀਤੀ ਬੈਠੀ ਆ ਕਿ ਦੱਬ ਹੁੰਦੀਆਂ ਜਿੰਨੀਆਂ ਜਿਹੜੀਆਂ ਦੀ ਉਹ ਦੱਬ ਲਓ। ਸਵਾਲ ਸਭ ਤੋਂ ਵੱਡਾ ਇਹ ਆ ਕੁਲਵੰਤ ਸਿੰਘ ਜੀ ਵੀ ਜੇ ਪਿੰਡ ਨਾ ਰਹੇ, ਜਿਹੜੀਆਂ ਜ਼ਮੀਨਾਂ ਨਾ ਰਹੀਆਂ, ਫਿਰ ਪਿੰਡ ਕਿਵੇਂ ਜਿਹੜਾ ਉਹ ਰਹਿਣਗੇ। ਪੰਚਾਇਤੀ ਜ਼ਮੀਨਾਂ ਜਿਹੜੀਆਂ ਨੇ ਉਹ ਰੀੜ੍ਹ ਦੀ ਹੱਡੀ ਹੁੰਦੀਆਂ ਪਿੰਡਾਂ ਦੀ, ਪੰਚਾਇਤਾਂ ਦੀ ਕਮਾਈ ਦਾ ਸਾਧਨ ਹੁੰਦੀ ਹੈ। ਬਿਲਕੁਲ ਜੀ, ਉੱਥੋਂ ਜਿਹੜਾ ਆਉਂਦਾ ਉਹਦੇ ਨਾਲ ਡਿਵੈਲਪਮੈਂਟ ਹੋਣੀ ਹੈ। ਪਿੰਡਾਂ ਨੂੰ ਉਂਝ ਤਾਂ ਸਾਰਾ ਕੁਝ ਜਿਹੜਾ ਉਹ ਮਿਲਣੋਂ ਹਟ ਗਿਆ, ਹੁਣ ਮਿਲਣਾ ਕਿੱਥੋਂ ਆ, ਇਹਨਾਂ ਚੀਜ਼ਾਂ ਦੇ ਤੋਂ ਮਿਲਣਾ ਨਾ। ਜੇ ਇਹੀ ਨਾ ਰਹਿਣਗੀਆਂ, ਪ੍ਰਾਪਰਟੀਜ਼ ਨਾ ਰਹਿਣਗੀਆਂ ਤਾਂ ਫਿਰ ਕਿੱਧਰ ਨੂੰ ਜਾਊਗਾ। ਅੱਛਾ ਪੰਨੂ ਸਾਹਿਬ, ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਘਰਾਚੋਂ ਦੀ ਜ਼ਮੀਨ ਸੀਗੀ ਉਹਦਾ ਸਰਪੰਚ ਜਿਹੜਾ ਸੀ ਉਹ ਪੜ੍ਹਿਆ ਲਿਖਿਆ ਸੀ, ਸੂਝਵਾਨ ਸੀ ਤੇ ਉਹਨੇ ਆਪਣੀ ਜ਼ਮੀਨ ਬਚਾ ਲਈ। ਜਿਹੜਾ ਮੱਤੇਵਾਲਾ ਦੇ ਸਰਪੰਚ ਤੁਸੀਂ ਦੱਸਿਆ ਜਿਵੇਂ ਕਿ ਉਹ ਕਹਿੰਦੇ ਜੀ ਮੈਂ ਅਨਪੜ੍ਹ ਹਾਂ ਤੇ ਮੇਰਾ ਅੰਗੂਠਾ ਲਵਾ ਲਿਆ। ਇਸੇ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਸਿੱਧੂਵਾਲ ਦੀ ਜਿਹੜੀ ਲਾਅ ਯੂਨੀਵਰਸਿਟੀ ਵਾਲੀ ਗੱਲ ਕੀਤੀ ਵੀ ਉਹ ਜਾਗਰੂਕ ਸੀਗੇ ਤੇ ਉਹਨਾਂ ਨੇ ਜਿਹੜਾ ਆਪਣੇ ਉਹ ਮਤਾ ਪਵਾ ਲਿਆ ਵੀ 2 ਸੀਟਾਂ ਸਾਡੀਆਂ ਪਲੱਸ ਜਿਹੜੇ ਕਲਾਸ 4 ਜਿਹੜੇ ਹੋਣਗੇ ਉਹਨਾਂ ਦੀ ਸਾਡੇ ਨੌਕਰੀਆਂ ਕਿੰਨੀਆਂ ਮਿਲਣਗੀਆਂ। ਇਹ ਸਾਰਾ ਵਰਤਾਰਾ ਜਿਹੜਾ ਇਹ ਇਸ ਵੱਲ ਇਸ਼ਾਰਾ ਨਹੀਂ ਕਰ ਰਿਹਾ ਕਿ ਸਾਨੂੰ ਜਿਹੜੇ ਅੱਗੇ ਜਿਹੜੇ ਪੰਚਾਇਤਾਂ ਦੇ ਨੁਮਾਇੰਦੇ ਨੇ ਉਹ ਸੂਝਵਾਨ ਚੁਣਨੇ ਪੈਣਗੇ ਤਾਂ ਕਿ ਜਿਹੜੀਆਂ ਇਹੋ ਜਿਹੜੇ ਵਰਤਾਰੇ ਜਿਹੜੇ ਨੇ ਸਾਡੇ ਉੱਤੇ ਕਬਜ਼ੇ ਹੋ ਰਹੇ ਨੇ ਜਾਂ ਜੋ ਕੁਝ ਸਾਡੇ ਨਾਲ ਧੱਕੇ ਹੋ ਰਹੇ ਨੇ ਵੀ ਉਹਨੂੰ ਉਸ ਲਈ ਲੜਨ ਵਾਸਤੇ ਸਾਡੇ ਕੋਲ ਜਿਹੜਾ ਨੁਮਾਇੰਦਾ ਹੋਵੇ ਉਹ ਵਧੀਆ ਹੋਵੇ। ਕੁਲਵੰਤ ਸਿੰਘ ਜੀ, ਐਕਚੁਅਲੀ ਕੀ ਆ ਕਿ ਜਦੋਂ ਤੁਸੀਂ ਪੌਡੇ ਲਾ ਕੇ ਚੜ੍ਹਦੇ ਹੋ, ਹੇਠੋਂ ਸ਼ੁਰੂ ਕਰਦੇ ਹੋ, ਫਿਰ ਸਾਰਾ ਕੁਝ ਹੁੰਦਾ। ਸਾਡੇ ਪੰਜਾਬੀਆਂ ਦੇ ਸੁਭਾਅ 'ਚ ਸ਼ਾਮਿਲ ਹੈ ਵੀ ਅਸੀਂ ਜਾਂ ਤਾਂ MP ਬਣਨਾ ਜਾਂ MLA ਬਣਨਾ। ਜੇ ਉਹ ਕਹਿੰਦੇ ਜੇ ਘੱਟ ਤੋਂ ਘੱਟ ਰਹਾਂਗੇ ਤਾਂ ਚੇਅਰਮੈਨਸ਼ਿਪ ਜਿਹੜੀ ਜੀ ਉਹ ਲੈ ਲਾਂਗੇ। ਜਦੋਂ ਕਿ ਅੱਜ ਜਿਹੜੀ ਤੁਹਾਡੀ ਨੁਮਾਇੰਦਗੀ ਦੀ ਜ਼ਰੂਰਤ ਹੈ ਉਹ ਹੇਠਾਂ ਆ, ਉਹ ਨਿਗਮ ਤੋਂ ਹੈ, ਮਿਊਨਿਸਪੈਲਿਟੀ ਤੋਂ ਹੈ, ਉਹ ਸਰਪੰਚੀ ਤੋਂ ਹੈ, ਉਹ ਪੰਚੀ ਤੋਂ ਹੈ।
ਹੁਣ ਜਾਗਰੂਕਤਾ ਆ ਰਹੀ ਹੈ ਕੁਝ ਜਿਹੜੀ ਜਿਹਦੇ ਵਿੱਚ ਨੌਜਵਾਨ ਖਾਸ ਤੌਰ ਦੇ ਉੱਤੇ ਜਿਹੜੇ ਉਹ ਸ਼ਾਮਲ ਨੇ, ਪੜ੍ਹੇ ਲਿਖੇ ਜਿਹੜੇ ਨੌਜਵਾਨ, ਉਹਨਾਂ 'ਚ ਇੱਕ ਸ਼ੌਕ ਪੈਦਾ ਹੋਇਆ ਕਿ ਪੰਚ ਬਣੀਏ, ਪੰਚ ਬਣ ਕੇ ਸਰਪੰਚ ਬਣ ਕੇ ਅਸੀਂ ਆਪਣੇ ਪਿੰਡ ਨੂੰ ਚੰਗਾ ਚਲਾਈਏ। ਬਿਲਕੁਲ। ਤੁਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਜਾਓਗੇ ਜਿੱਥੇ ਪੜ੍ਹੇ ਲਿਖੇ ਸਰਪੰਚ ਨੇ, ਨੌਜਵਾਨ ਮੁੰਡੇ ਨੇ, ਉਸ ਪਿੰਡ ਦੀ ਦੇਖੀ ਵੱਖਰੀ ਆ, ਉਹ ਬਾਕੀ ਪਿੰਡਾਂ ਦੇ ਨਾਲੋਂ ਬਿਲਕੁਲ ਜਿਹੜਾ ਦੀ ਉਹ ਵੱਖਰਾ। ਅੱਜ ਨੁਮਾਇੰਦਗੀ ਦੀ ਜ਼ਰੂਰਤ ਹੀ ਇੱਥੇ ਹੇਠਲੇ ਪੱਧਰ ਦੇ ਉੱਤੇ ਆ। ਨਿਗਮ ਦੀਆਂ ਆਪਾਂ ਚੋਣਾਂ ਦੇਖ ਕੇ ਹਟੇ ਆ, ਉੱਥੇ ਸਿਆਸੀ ਧਿਰਾਂ ਕਾਬਜ਼ ਨੇ, ਉਹਨੂੰ ਟਿਕਟਾਂ ਦੇਤੀਆਂ ਜੀ, ਉਹਨੂੰ ਟਿਕਟਾਂ ਦੇਤੀਆਂ ਜੀ। ਇਹ ਜਿੰਨੀ ਦੇਰ ਤੱਕ ਟਿਕਟਾਂ ਹੈੱਡ ਆਫਿਸਾਂ ਤੋਂ ਆਉਂਦੀਆਂ ਰਹਿਣਗੀਆਂ ਉਨੀ ਦੇਰ ਤੱਕ ਕੁਛ ਨਹੀਂ ਜਿਹੜਾ ਜੀ ਉਹ ਹੋਣਾ। ਇਹ ਤਾਂ ਪਿੰਡਾਂ ਦੇ ਵਿੱਚ ਜਾਗਰਤੀ ਜਿਹੜੀ ਆ ਉਹ ਚਾਹੇ ਮੱਤੇਵਾੜ ਵਰਗੀ ਫੈਲੇ, ਉੱਠ ਕੇ ਤਾਂ ਖੜੇ ਹੋ ਗਏ ਨਾ, ਜਾਣ ਨਹੀਂ ਦਿੱਤੀ, ਚਾਹੇ ਪਹਿਲਾਂ ਉਹਨਾਂ ਕੋਲ ਸਾਈਨ ਕਰਾ ਲੇ। ਘਰਾਂ 'ਚੋਂ ਇੱਕ ਮਿਸਾਲ ਜਿਹੜਾ ਉਹ ਬਣ ਗਿਆ ਕਿ ਇਹੋ ਜਿਹੇ ਪਿੰਡ ਜਿਹੜੇ ਉਹ ਜਾਗਰੂਕ ਹੋਣ ਕਿ ਦੇਖੋ ਆਪਣੇ ਘਰ ਤੋਂ ਕਹਿੰਦੇ ਚੈਰਿਟੀ ਬਿਗਨ ਫਰਮ ਹੋਮ, ਠੀਕ ਹੈ ਨਾ। ਉਹ ਆਪਣੇ ਘਰ ਤੋਂ ਜੇ ਤੁਸੀਂ ਆਲਾ ਦੁਆਲਾ ਉਹ ਸਾਫ਼ ਨਹੀਂ ਰੱਖ ਸਕਦੇ ਜਾਂ ਉਹਦੀ ਰਾਖੀ ਨਹੀਂ ਕਰ ਸਕਦੇ, ਫਿਰ ਤੁਸੀਂ ਪਿੰਡ ਦੀ, ਮੁਲਕ ਦੀ, ਸੂਬੇ ਦੀ ਰਾਖੀ ਜਿਹੜੀ ਉਹ ਕੀ ਕਰਨੀ ਹੈ। ਤੁਹਾਨੂੰ ਸਟਾਰਟ ਉੱਥੋਂ ਕਰਨਾ ਪਊਗਾ। ਪਰ ਇੱਕ ਚੰਗੀ ਗੱਲ ਹੈ ਕਿ ਇਹਦੇ ਵਿੱਚ ਜਿਹੜੇ ਨੌਜਵਾਨ ਨੇ ਨਾ ਉਹ ਅੱਗੇ ਆ ਰਹੇ ਆ। ਬਹੁਤ ਸਾਰੇ ਪਿੰਡਾਂ ਦੀ ਮਿਸਾਲ ਦਿੱਤੀ ਜਾ ਸਕਦੀ। ਉਹਨਾਂ ਦੇ ਤੁਸੀਂ ਸਕੂਲ ਦੇਖੋ ਜਾ ਕੇ, ਸ਼ਮਸ਼ਾਨ ਘਾਟ ਜਿਹੜੇ ਉਹਨਾਂ ਨੇ ਬੜੇ ਪ੍ਰੋਪਰ ਤਰੀਕੇ ਨਾਲ ਸਕੂਲ ਜਿਹੜੇ ਰੰਗ ਰੋਗਨ ਕਰਕੇ ਬਹੁਤ ਵਧੀਆ ਉਹਨਾਂ ਨੇ ਬਣਾਏ ਹੋਏ ਆ। ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਪਿੰਡ ਇੱਕ, ਮੈਨੂੰ ਇੱਕਦਮ ਨਾਮ ਨਹੀਂ ਚੇਤੇ ਆ ਰਿਹਾ। ਉਹਨਾਂ ਨੇ ਕੀ ਕੀਤਾ ਹੋਇਆ ਕੁਲਵੰਤ ਸਿੰਘ ਜੀ ਕਿ ਹਰ ਖੰਭੇ ਦੇ ਉੱਤੇ ਇੱਕ ਸਪੀਕਰ ਲਾਇਆ ਛੋਟਾ, ਉਹਦੀ ਆਵਾਜ਼ ਉਨੀ ਕੁ ਹੈ ਕਿ ਉਹਦੇ ਤੁਸੀਂ ਨੇੜੇ ਤੇੜੇ ਕੁਝ ਮੀਟਰ ਤੱਕ ਉਹ ਸੁਣਦਾ। ਉਹਦੇ 'ਚ ਸਵੇਰੇ ਸ਼ਾਮ ਗੁਰਬਾਣੀ ਲੱਗਦੀ ਆ। ਸਪੀਕਰ ਨਹੀਂ ਉਹ ਲੱਗਣ ਦਿੰਦੇ ਪਿੰਡ 'ਚ। ਇਹ ਤੁਸੀਂ ਸਿਆਣਪ ਦੇਖੋ ਉਹਨਾਂ ਦੀ। ਜਿਹੜਾ ਵੱਡਾ ਸਪੀਕਰ ਲੱਗੂਗਾ ਉਹਦੇ ਨਾਲ ਬੱਚਿਆਂ ਦੀ ਪੜ੍ਹਾਈ ਜਿਹੜੀ ਡਿਸਟਰਬ ਹੋਊਗੀ। ਤੁਸੀਂ ਸੈਰ ਕਰ ਰਹੇ ਹੋ, ਸੁਣ ਰਹੇ ਹੋ, ਇੱਕ ਸਪੀਕਰ, ਦੋ ਅੱਗੇ ਸਾਰੇ ਉੱਥੇ ਜਿਹੜਾ ਜੀ ਉਹ ਤੁਹਾਨੂੰ ਸੁਣੀ ਜਾਂਦੇ ਆ। ਉਹਨਾਂ ਨੇ ਪੂਰੀ ਲਾਈਟਿੰਗ ਜਿਹੜੀ ਆ ਉਹ ਪ੍ਰੋਪਰ ਕੀਤੀ ਹੋਈ ਆ ਸਾਰੇ ਪਿੰਡ ਦੇ ਵਿੱਚ। CCTV ਕੈਮਰੇ ਲੱਗੇ ਹੋਏ ਨੇ। ਇਹ ਚੀਜ਼ਾਂ ਕਿਸੇ ਨੂੰ ਇਹ ਲੱਗਦੀਆਂ ਹੋਣਗੀਆਂ ਕਿ ਬੜੀ ਛੋਟੀ ਜਿਹੀ ਆ, ਪਰ ਇਹਨਾਂ ਦੇ ਬੜੇ ਵੱਡੇ ਮਾਇਨੇ ਨੇ। ਉਹ ਕਿਹਨੇ ਕੀਤੇ? ਜਿਹੜੇ ਇਹੋ ਜਿਹੇ ਦੂਰ ਅੰਦੇਸ਼ੀ ਨੌਜਵਾਨ ਜਿਹੜੇ ਉਹ ਮੂਹਰੇ ਆਏ ਕਿ ਅਸੀਂ ਪਹਿਲਾਂ ਆਪਣਾ ਪਿੰਡ ਤਾਂ ਸਵਾਰੀਏ, ਫਿਰ ਅਸੀਂ ਸੂਬੇ ਵੱਲ ਨੂੰ ਜਿਹੜਾ ਹੋਵਾਂਗੇ। ਜਿਵੇਂ ਇਸ ਵੇਲੇ ਸੰਘਰਸ਼ ਜਿਹੜਾ ਚੱਲ ਰਿਹਾ, ਇਹਦੇ ਵਿੱਚੋਂ ਵੀ ਮੇਰੀ ਜਾਚੇ ਇੱਦਾਂ ਦੀ ਜਿਹੜੀ ਲੀਡਰਸ਼ਿਪ ਹੈ ਨਾ, ਜਿਹੜੇ ਹੇਠਲੇ ਪੱਧਰ ਦੀ, ਪਿੰਡਾਂ ਦੇ ਬਾਰੇ 'ਚ ਲੋਕ ਸੋਚਣ ਲੱਗੇ ਆ। ਤੁਸੀਂ ਟਿਕਰੀ ਚੱਲ ਜਾਓ, ਸਿੰਘੂ ਚੱਲ ਜਾਓ, ਗਾਜੀਪੁਰ ਚੱਲ ਜਾਓ, ਉੱਥੇ ਆਪਣੇ ਪਿੰਡਾਂ ਦੇ ਸਾਈਨ ਲਾ ਕੇ ਬੈਠੇ ਆ ਨਾ, ਉਹ ਕਿਉਂਕਿ ਉਹਨੂੰ ਮਿਸ ਕਰ ਰਹੇ ਆ ਇੰਨੇ ਦੇਰ ਤੋਂ। ਉਹ ਆ ਕੇ ਇਹਨਾਂ ਪਿੰਡਾਂ ਦੇ ਬਾਰੇ ਦੇ ਵਿੱਚ ਜ਼ਰੂਰ ਸੋਚਣਗੇ, ਮੇਰਾ ਇਹ ਮੰਨਣਾ ਜੀ। ਪਿੰਡਾਂ ਦੀ ਜਿਹੜੇ ਵਿਕਾਸ ਦੀ ਤੁਸੀਂ ਗੱਲ ਕੀਤੀ ਹੈ ਪੰਨੂ ਸਾਹਿਬ, ਪਰ ਸਰਕਾਰਾਂ ਜਿਹੜੀਆਂ ਨੇ ਉਹ ਪਿੰਡਾਂ ਨੂੰ ਗ੍ਰਾਂਟਾਂ ਤਾਂ ਕੀ ਦੇਣੀਆਂ ਨੇ, ਉਲਟਾ ਉਹਨਾਂ ਤੋਂ 10% ਜਿਹੜਾ ਹਿੱਸਾ ਵੀ ਲੈਣਾ ਸ਼ੁਰੂ ਹੋ ਗਈਆਂ ਨੇ। ਦੇਖੋ ਸਰਕਾਰ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ, ਉਹ ਸਭ ਨੂੰ ਪਤਾ। 3.25 ਲੱਖ ਕਰੋੜ ਦਾ ਕਰਜ਼ਾ ਜਿਹੜਾ ਆਪਾਂ ਹੁਣ ਤਾਂ ਅਜੇ ਸੁਣਦੇ ਹਟੇ ਆ ਜੀ। ਹੁਣ ਸਵਾਲ ਉਹਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਉਹਦਾ ਰੈਵਨਿਊ ਕਿੱਥੋਂ ਆਵੇ, ਰੈਵਨਿਊ ਜਨਰੇਟ ਕਿੱਥੋਂ ਕੀਤਾ ਜਾਵੇ। ਪਿਛਲੇ 5 ਸਾਲਾਂ ਦੇ ਵਿੱਚ ਸ਼ਹਿਰੀ ਜਿਹੜੀ ਪ੍ਰਾਪਰਟੀ ਹੈ, 650 ਕਰੋੜ ਦੀ ਸ਼ਹਿਰੀ ਪ੍ਰਾਪਰਟੀ ਨਿਲਾਮ ਕਰ ਚੁੱਕੀਆਂ ਸਰਕਾਰਾਂ। 4 ਸਾਲ ਇਹਦੇ ਤੇ 1 ਸਾਲ ਪਿਛਲੀ ਜਿਹੜਾ ਜੀ ਉਹ ਸਰਕਾਰ ਦੇ। ਇੰਨੀ ਪ੍ਰਾਪਰਟੀ ਸ਼ਹਿਰਾਂ ਦੀ ਹੋਰ ਜਿਹੜੀ ਆ ਉਹ ਲਾਈਨ 'ਚ ਲੱਗੀ ਹੋਈ ਹੈ ਜੀ, ਉਹ ਇਹਨਾਂ ਨੇ ਨਿਲਾਮ ਜਿਹੜੀ ਉਹ ਕਰਨੀ ਹੈ। ਅੱਛਾ, ਜਿਹੜੀ ਪੰਚਾਇਤੀ ਜ਼ਮੀਨ ਹੈ ਉਹਦਾ ਜਿਹੜਾ ਹਿੱਸਾ ਠੇਕਾ ਉਹਦੇ ਵਿੱਚੋਂ ਸਰਕਾਰ ਉਹਨੇ ਇਹ ਕਰਤਾ ਹੈ ਜੀ। ਹੋ ਸਕਦਾ ਬਹੁਤਿਆਂ ਨੂੰ ਪਤਾ ਨਾ ਹੋਵੇ, 10% ਉਹਦੇ ਵਿੱਚੋਂ ਜਿਹੜਾ ਜੀ ਉਹ ਲੈਣ ਲੱਗੀ ਵੀ ਆ ਕੇ ਤੁਸੀਂ ਸਾਡੇ ਇੰਨਾ ਤੁਹਾਨੂੰ ਠੇਕਾ ਆਉਂਦਾ, ਇੱਥੇ ਆ ਕੇ ਤੁਸੀਂ ਜਮ੍ਹਾਂ ਕਰਾਓ। ਪਿੰਡਾਂ ਤੋਂ ਉਲਟਾ ਜਿਹੜਾ ਉਹ ਲੈਣ ਲੱਗ ਗਏ। ਤੁਸੀਂ ਕਿਹੜੇ ਇੱਦਾਂ ਕਿਵੇਂ ਚੱਲੋਗੇ? ਜਿਹੜਾ ਰੈਵਨਿਊ ਆ ਉਹ ਇੱਥੋਂ ਜਨਰੇਟ ਨਹੀਂ ਤੁਸੀਂ ਕਰਨਾ। ਜੇ ਤੁਸੀਂ ਮੰਨ ਲਓ ਪਿੰਡਾਂ ਦੀਆਂ ਜ਼ਮੀਨਾਂ ਤੋਂ ਪੈਸੇ ਜਿਹੜਾ ਉਹ ਲੈਣ ਲੱਗੇ, ਸਰਕਾਰਾਂ ਜਿਹੜੀਆਂ ਲੈਣ ਲੱਗੀਆਂ, ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਉਹ ਖੜ ਜੂਗੀ। ਬਿਲਕੁਲ ਠੀਕ ਹੈ ਨਾ ਜੀ। ਜਿਹੜੇ ਹੁਣ 10% ਜਿਹੜਾ ਜੀ ਉਹ ਦੇਣਗੇ, ਹੁਣ ਕੁਛ ਨਾ ਕੁਛ % ਉਹ ਵੀ ਅੱਗੇ ਪਿੱਛੇ ਜਿਹੜਾ ਉਹ ਕਰਨਗੇ। ਔਰ ਸਰਕਾਰ ਜਿਹੜੀ ਆ, ਜਿਹੜੀਆਂ ਪਾਰਟੀਆਂ ਨੇ, ਜਿਹਦੀ ਸੱਤਾ ਹੁੰਦੀ ਆ, ਉਹ ਆਪਣੀਆਂ ਪੰਚਾਇਤਾਂ ਕਿਉਂ ਬਣਾਉਣਾ ਚਾਹੁੰਦੀ ਹੈ? ਆਹੀ ਰੀਜ਼ਨ ਆ ਉਹਨਾਂ ਦੇ ਜਿਹੜਾ ਜੀ ਉੱਥੋਂ ਜਿਹੜੇ ਕਿਸੇ ਤਰੀਕੇ ਨਾਲ ਜਿਹੜਾ ਉਹ ਕੱਢਿਆ ਜਾਵੇ। ਸਰਕਾਰ ਜਿੰਨੀ ਦੇਰ ਤੱਕ ਰੈਵਨਿਊ ਜਨਰੇਟ ਕਰਨ ਦੇ ਜਿਹੜੇ ਪੁਰਾਣੇ ਤਰੀਕੇ ਨੇ, ਉਹਦੇ ਵਿੱਚ ਜਿਹੜੀਆਂ ਚੋਰ ਮੋਰੀਆਂ ਲੀਕੇਜ ਆ ਉਹ ਬੰਦ ਨਹੀਂ ਕਰਦੀ। ਦੇਖੋ ਆਬਕਾਰੀ ਵਿਭਾਗ ਜਿਹੜਾ ਬਹੁਤ ਵੱਡਾ, ਸਭ ਨੂੰ ਪਤਾ ਹੈ ਕਿ ਰੈਵਨਿਊ ਜਨਰੇਟ ਕਰਨ ਵਾਲਾ। ਸ਼ਰਾਬ ਦੀ ਸਭ ਤੋਂ ਵੱਡੀ ਸਮਗਲਿੰਗ ਪੰਜਾਬ 'ਚ ਉਹ ਹੋ ਰਹੀ ਹੈ, ਸਾਰੀ ਦੂਜੇ ਸੂਬੇ ਤੋਂ ਆ ਰਹੀ ਹੈ ਜਾਂ ਨੇੜੇ ਸਟੇਟ ਤੋਂ, ਆਪਣੇ ਚੰਡੀਗੜ੍ਹ ਤੋਂ ਜਿਹੜੀ ਉਹ ਆਉਂਦੀ ਆ। ਉਹ ਚੋਰ ਮੋਰੀਆਂ ਬੰਦ ਨਹੀਂ ਹੋ ਰਹੀਆਂ। ਰੇਤਾ ਚੋਰੀ ਜਿਹੜੀ ਆ, ਸੇਲ ਟੈਕਸ ਚੋਰੀ, ਉਹ ਸੇਲ ਟੈਕਸ ਬਹੁਤ ਚੋਰੀ ਆ। ਉਹਦੇ ਮਾਫ ਕਰਨਾ ਰੋਕਾਂਗਾ, ਮੇਰੀ ਪਿਛਲੇ ਸਮੇਂ ਦੌਰਾਨ ਜਿਹੜਾ ਸਾਬਕਾ ਐਕਸਾਈਜ਼ ਕਮਿਸ਼ਨਰ ਸੀਗੇ, ਡਿਪਟੀ ਐਕਸਾਈਜ਼ ਕਮਿਸ਼ਨਰ ਮਿਸਟਰ ਸੁਰਿੰਦਰ ਸਿੰਘ ਬਾਂਗੜ, ਉਹਨਾਂ ਨਾਲ ਮੈਂ ਇੱਕ ਇੰਟਰਵਿਊ ਕੀਤੀ ਸੀ ਤੇ ਉਹਨਾਂ ਦਾ ਕਹਿਣਾ ਸੀਗਾ ਕਿ 10 ਤੋਂ 12,000 ਕਰੋੜ ਰੁਪਈਆ, 15,000 ਕਰੋੜ ਰੁਪਈਆ ਜਿਹੜਾ ਇਸ ਵੇਲੇ ਸਰਕਾਰ ਨੂੰ ਰੈਵਨਿਊ ਆ ਰਿਹਾ, ਤੇ ਇਹ 4 ਗੁਣਾ ਵੱਧ ਸਕਦਾ ਜੇਕਰ ਸਰਕਾਰ ਜਿਹੜੀ ਹੈ ਇਸ ਚੋਰੀ ਨੂੰ ਰੋਕੇ, ਇਸ ਤਰੀਕੇ ਨਾਲ ਰੋਕੇ, ਯਾਨੀ ਕਿ 60,000 ਕਰੋੜ ਰੁਪਈਆ ਜਿਹੜਾ ਉਹ ਆ ਸਕਦਾ।
ਕਿੱਡੀ ਵੱਡੀ ਰਕਮ ਹੈ। 5-6 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਰੈਵਨਿਊ ਹੈ ਸਿਰਫ ਇਹਦੇ ਤੋਂ ਸ਼ਰਾਬ ਤੋਂ ਆਉਂਦਾ ਇਹਨਾਂ ਨੂੰ, ਤੇ ਉਹਦੇ ਲਈ ਜਿਹੜੀ ਹੈ ਕਿੱਡੇ ਵੱਡੇ ਲੈਵਲ ਦੇ ਉੱਤੇ ਤਾਮਝਾਮ ਹੋ ਰਿਹਾ। ਜੇ ਇਹ ਆ ਜਾਵੇ ਤਾਂ ਕਿੱਥੇ ਪਹੁੰਚ ਸਕਦਾ ਪੰਜਾਬ ਦਾ। ਇੱਥੇ ਮੈਂ ਨਾਲ ਮੇਰਾ ਸਵਾਲ ਇੱਥੇ ਇਹ ਵੀ ਆਏਗਾ ਕਿ ਕੇਂਦਰ ਸਰਕਾਰ ਜਿਹੜੀ ਆ ਉਹ 4 ਲੱਖ ਕਰੋੜ ਰੁਪਏ ਦੀਆਂ ਜਿਹੜੀ ਪ੍ਰਾਪਰਟੀ ਆਉਣ ਵਾਲੇ ਸਮੇਂ ਦੇ ਵਿੱਚ ਵੇਚਣ ਦੀ ਤਿਆਰੀ ਕਰੀ ਬੈਠੀ ਆ। ਹਾਈਵੇ ਨੇ ਜਿਹਦੇ 'ਚ ਰੇਲਵੇ ਹੈ ਵਿੱਚ, ਜਿਹਦੇ 'ਚ ਆਪਣਾ ਜਿਹੜਾ ਰੇਲਵੇ ਸਟੇਸ਼ਨ ਨੇ, ਹੋਰ ਬਹੁਤ ਕੁਛ ਇਹਨਾਂ ਨੇ ਵੇਚਣ ਦੀ ਤਿਆਰੀ ਕੀਤੀ ਵੀ ਹੈ। ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਪਿਛਲੇ ਸਮੇਂ ਦੌਰਾਨ ਵੀ ਉਹਨਾਂ ਨੇ ਪ੍ਰਾਪਰਟੀਆਂ ਵੇਚੀਆਂ ਨੇ, ਅਕਾਲੀ ਸਮੇਂ ਦੇ ਦੌਰਾਨ ਵੀ, ਤੇ ਹੁਣ ਪੰਚਾਇਤੀ ਜ਼ਮੀਨਾਂ ਹੜੱਪ ਕੇ ਅੱਗੇ ਉਸ ਵੱਲ ਇਸ਼ਾਰਾ ਜਾ ਰਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਵੀ ਵਿਕ ਸਕਦੀਆਂ ਨੇ। ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਇਹ ਸਾਰਾ ਕੁਝ ਵਿਕ ਜਾਏਗਾ ਫਿਰ ਕੀ ਕਰਨਗੇ? ਨਹੀਂ, ਝੁੱਗਾ ਚੌੜ ਜਿਹੜਾ ਜੀ, ਕਿਉਂਕਿ 2.25 ਲੱਖ ਕਰੋੜ ਦੀ ਤੁਸੀਂ ਕਿਸ਼ਤ ਜਿਹੜੀ ਉਹ ਕਿੱਥੋਂ ਦਿਓਗੇ? ਮੈਂ ਬਾਂਗੜ ਸਾਹਿਬ ਵਾਲੀ ਦੇਖੀ ਹੈ ਇੰਟਰਵਿਊ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੀ ਕੁਲਵੰਤ ਸਿੰਘ ਜੀ। ਅੱਜ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਕਿ ਦੇਖੋ, ਈਵਨ ਉਹ ਇੰਗਲਿਸ਼ ਦਾ ਕਹਿੰਦੇ ਆ ਕਿ ਇੰਪੋਸੀਬਲ ਵਰਡ ਸੇ ਇੰਪੋਸੀਬਲ, ਇਹ ਨਹੀਂ ਹੈਗਾ ਕਿ ਕੁਝ ਹੋ ਨਹੀਂ ਸਕਦਾ, ਨਾ ਹੱਥ ਖੜੇ ਨੇ। ਤੁਹਾਨੂੰ ਇਦਾਂ ਦੇ ਲੋਕ ਲੱਭਣੇ ਪੈਣਗੇ। ਅੱਛਾ, ਤੁਸੀਂ ਚੋਣਾਂ ਦੇ ਸਲਾਹਕਾਰ ਦੇ ਵਾਸਤੇ ਕਿਸੇ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਦਿੰਦੇ ਹੋ ਲਿਆ ਕੇ ਜੀ, 1 ਰੁਪਈਏ ਤੇ ਆਇਆ, ਕੋਈ 1 ਰੁਪਈਏ ਤੇ ਨਹੀਂ ਆਉਂਦਾ। ਸਿੰਪਲ ਜੀ ਗੱਲ ਹੈ। ਕੀਮਤ ਕਿੰਨੀ ਹੋਏਗੀ ਵੇਖਣੀ ਪਏਗੀ। ਇੱਥੇ ਬਾਂਗੜ ਸਾਹਿਬ ਵਰਗੇ ਜਾਂ ਬਾਕੀ ਜਿਹੜੇ ਕੁਝ ਲੋਕ ਨੇ ਉਹ ਬੈਠੇ ਨੇ, ਉਹ ਰੁਪਈਆ ਵੀ ਨਹੀਂ ਲੈਣਗੇ ਜੀ। ਉਹ ਤਾਂ ਜਿਹੜੀਆਂ ਉਹਨੂੰ ਕੋਠੀਆਂ ਸਰਕਾਰੀ ਦਿੱਤੀਆਂ ਨੇ, ਸਰਕਾਰੀ ਗੱਡੀਆਂ, ਉਹ ਵੀ ਨਹੀਂ ਲੈਣਗੇ। ਪੰਜਾਬ ਦਾ ਭਲਾ ਸੋਚਣ ਵਾਲੇ ਨੇ। ਅਜਿਹੇ ਲੋਕਾਂ ਦੀ ਜਿਹੜੀ ਇੱਕ ਟੀਮ ਹੈ ਉਹ ਬਣਾ ਕੇ ਜਿਹੜਾ ਰੈਵਨਿਊ ਆ ਉਹ ਜਨਰੇਟ ਕਿੱਥੋਂ ਹੋਵੇ। ਠੀਕ ਹੈ ਨਾ ਜੀ। ਮੈਂ ਜਦੋਂ 17 ਵਾਲੀਆਂ ਇਲੈਕਸ਼ਨਾਂ ਦੇ ਵੇਲੇ ਇੱਕ ਸੁਝਾਅ ਉਦੋਂ ਦਿੱਤਾ ਸੀਗਾ ਕਿ ਜੇ ਇੱਕ ਸਪੈਸ਼ਲ ਜਿਹੜੀ ਤੁਸੀਂ ਟਾਸਕ ਫੋਰਸ ਜੇ ਉਹਦੇ ਨਸ਼ੇ ਦੀ ਬਣਾ ਰਹੇ ਹੋ, ਇੱਕ ਟਾਸਕ ਫੋਰਸ ਜਿਹੜੀ ਆ ਤੁਸੀਂ ਉਹ ਰੇਤਾ ਦੇ ਵਾਸਤੇ ਬਣਾ ਦਿਓ। ਉਹਦੇ ਉੱਤੇ ਤੁਸੀਂ ਟਰਾਲੀ ਤੇ ਟਰੱਕ ਦੇ ਉਹ ਸਰਕਾਰੀ ਕੰਟਰੋਲ ਹੋਵੇ ਕੰਪਲੀਟ। ਉਹਦੇ ਉੱਤੇ ਤੁਸੀਂ ਮਿਨੀਮਮ ਜੀ ਪ੍ਰਾਈਸ ਜਿਹੜੀ ਉਹਦੀ ਰੱਖ ਦਿਓ। ਉਹਦੇ ਨਾਲ ਜੇ ਕੰਸਟਰਕਸ਼ਨ ਜਿਹੜੀਆਂ ਉਹ ਚੱਲਦੀਆਂ ਨੇ ਤੇ ਉਹਦੇ ਨਾਲ ਜੁੜੇ ਹੋਏ ਕਿੰਨੇ ਅੱਗੇ ਸਹਾਇਕ ਧੰਦੇ ਨੇ, ਇੱਟਾਂ ਨੇ, ਸੀਮੈਂਟ ਹੈ, ਸਰੀਆ, ਲੱਕੜ ਹੈ, ਹਾਂ ਮਜ਼ਦੂਰ ਹੈ, ਕਿੰਨਿਆਂ ਨੂੰ ਉਹ ਕੰਮ ਮਿਲੂਗਾ, ਪੱਥਰ ਹੈ, ਟਾਈਲਾਂ ਹੈ, ਸਾਰੇ ਉਹ ਚੱਲ ਪੈਣਗੇ। ਉਹ ਤੁਹਾਨੂੰ ਟੈਕਸ ਦਿੰਦੇ ਆ। ਬਿਲਕੁਲ ਠੀਕ ਹੈ ਨਾ। ਜਦੋਂ ਕਿ ਜੇ ਰੇਤਾ ਦੀ ਤੁਸੀਂ ਜਿਹੜੀ ਕੰਟਰੋਲ ਪ੍ਰਾਈਸ ਵੀ ਰੱਖ ਕੇ ਉਹ ਇੱਕ ਫੋਰਸ ਬਣਾ ਦਿੰਦੇ ਹੋ, ਜਿਹੜੀ ਨਵੀਂ ਉਹਦੇ 'ਚ ਤੁਸੀਂ ਭਰਤੀ ਕਰੋ, ਉਹਨਾਂ ਤੋਂ ਡਿਊਟੀ ਹੋਵੇ, ਜਵਾਬਦੇਹੀ ਹੋਵੇ ਕਿ ਕੋਈ ਇੱਕ ਵੀ ਟਰੱਕ, ਇੱਕ ਵੀ ਟਰਾਲੀ ਜਿਹੜੀ ਉਹ ਨਹੀਂ ਜਾ ਰਹੀ। ਅਸੀਂ ਆਪਣੇ ਬਚਪਨ ਦੇ ਵਿੱਚ ਕੁਲਵੰਤ ਸਿੰਘ ਜੀ ਦੇਖਦੇ, ਜਿੰਨੀ ਰੇਤਾ ਦੀ ਲੋੜ ਹੁੰਦੀ ਸੀ ਗੱਡਾ ਲਿਜਾਣਾ, ਉਹਦੇ ਉੱਤੇ 19 ਲੱਦ ਕੇ ਲੈ ਆਉਣੀ, ਟਰਾਲੀ ਦੇ ਉੱਤੇ ਜਾਂ ਜਿਹੜੀ ਸੀ ਉਹ ਲੱਦ ਕੇ ਲੈਣੀ, ਕੋਈ ਪੁੱਛਦਾ ਥੋੜੀ ਸੀਗਾ। ਇਹ ਫ੍ਰੀ ਹੁੰਦੀਆਂ ਸੀ ਚੀਜ਼ਾਂ। ਸਰਕਾਰ ਨੂੰ ਜੇ ਸਰਕਾਰ ਉਹਦੇ 'ਚੋਂ ਰੈਵਨਿਊ ਲੈਣਾ ਚਾਹੁੰਦੀ ਹੈ ਤੇ ਪ੍ਰੋਪਰ ਕਿਉਂ ਨਹੀਂ ਉਹਦੇ 'ਚੋਂ ਲੈਂਦੀ ਜੀ? ਉਹ ਉੱਥੇ ਲਿਆ ਕੇ ਮਾਫੀਆ ਬੈਠ ਗਿਆ। ਤਾਂ ਜਿੰਨੀ ਦੇਰ ਤੱਕ ਇਦਾਂ ਦੇ ਲੋਕਾਂ ਦੀ ਸਲਾਹ ਲੈ ਕੇ ਰੈਵਨਿਊ ਜਨਰੇਟ ਨਹੀਂ ਹੁੰਦਾ, ਤੁਹਾਡਾ ਸਵਾਲ ਫਿਰ ਉੱਥੇ ਆ ਜਾਂਦਾ। ਅੱਜ ਪੰਚਾਇਤਾਂ ਦੀਆਂ ਜ਼ਮੀਨਾਂ ਹੈਗੀਆਂ ਨੇ, 4 ਸਾਲ 5 ਸਾਲ ਬਾਅਦ ਫਿਰ ਤੁਸੀਂ ਕਿੱਧਰ ਨੂੰ ਜਾਓਗੇ? ਇਹ ਜ਼ਮੀਨ ਇਦਾਂ ਦੀ ਚੀਜ਼ ਤਾਂ ਹੈ ਨਹੀਂ ਗੀ ਰੇਤਾ ਵਰਗੀ ਵੀ ਤੁਸੀਂ ਕੱਢ ਲਈ ਤੇ ਹੋਰ ਥੱਲਿਓਂ ਤੁਰੀ ਆਉਣੀ ਹੈ। ਇਹ ਤਾਂ ਸੁੰਗੜਦੀ ਜਾਣੀ ਹੈ ਜੀ, ਤਾਂ ਖਤਮ ਹੋ ਜਾਣੀਆਂ ਨੇ। ਮੈਂ ਤੁਹਾਡੀ ਗੱਲ ਨੂੰ ਹੀ ਅੱਗੇ ਵਧਾ ਰਿਹਾ ਕਿ ਮੈਂ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਅਰਥ ਸ਼ਾਸਤਰੀ ਨੇ, ਉਹ ਪ੍ਰੋਫੈਸਰ ਹੈੱਡ ਸੀਗੇ ਇਕਨੋਮਿਕ ਡਿਪਾਰਟਮੈਂਟ ਦੇ, ਉਹਨਾਂ ਨਾਲ ਇੰਟਰਵਿਊ ਕੀਤੀ ਸੀ ਤੇ ਮੈਂ ਸੇਮ ਸਵਾਲ ਹੀ ਉਹਨਾਂ ਨੂੰ ਕੀਤਾ ਸੀਗਾ ਕਿ ਜਦੋਂ ਇਹ ਜ਼ਮੀਨਾਂ ਜਾਂ ਜੋ ਪ੍ਰਾਪਰਟੀਆਂ ਇਹਨਾਂ ਦੀ ਵਿਕ ਜਾਣਗੀਆਂ ਫਿਰ ਕੀ ਹੋਏਗਾ। ਉਹਨਾਂ ਦੇ ਫਿਰ ਅੱਗੋਂ ਜਵਾਬ ਬੜਾ ਇੰਟਰਸਟਿੰਗ ਸੀਗਾ। ਫਿਰ ਉਸ ਤੋਂ ਬਾਅਦ ਕਹਿੰਦਾ ਇਹ ਨਦੀਆਂ, ਜੰਗਲ, ਪਹਾੜ ਵੇਚਣੇ ਸ਼ੁਰੂ ਕਰ ਦੇਣਗੇ ਤੇ ਉਹ ਫਿਰ ਜਦੋਂ ਉਹ ਵੀ ਨਾ ਰਿਹਾ ਤਾਂ ਫਿਰ ਆਪਾਂ ਆਪਣੇ ਸਿਰ ਦੇ ਉੱਤੇ ਤਲਵਾਰ ਆ ਜਾਏਗੀ ਵੀ ਕੱਢੋ ਪੈਸੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇੱਥੇ ਸਵਾਲ ਇੱਥੇ ਪੈਦਾ ਹੁੰਦਾ ਕਿ ਜਿਹੜੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ, ਜਿਹੜੀਆਂ ਜ਼ਮੀਨਾਂ ਇਹ ਕਬਜ਼ੇ 'ਚ ਲਈਆਂ ਜਾ ਰਹੀਆਂ ਨੇ, ਜਿਹੜੀਆਂ ਪੰਚਾਇਤੀ ਜ਼ਮੀਨਾਂ, ਇਹਦਾ ਸਭ ਤੋਂ ਵੱਧ ਫਾਇਦਾ ਕਿਹਨੂੰ ਹੋਣ ਵਾਲਾ ਹੈ? ਨਹੀਂ, ਇਹਦਾ ਫਾਇਦਾ ਕਿਸੇ ਨੂੰ ਨਹੀਂਗਾ ਜੀ, ਕਿਉਂਕਿ ਇਹ ਟੈਂਪਰੇਰੀ ਤੌਰ ਦੇ ਉੱਤੇ ਸਰਕਾਰ ਨੂੰ ਫਾਇਦਾ ਹੈ। ਟੈਂਪਰੇਰੀ, ਕਿਉਂਕਿ ਉਹਦੇ ਕੋਲੇ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ, ਉਹਦੇ ਕੋਲੇ ਵਿਆਜ ਭਰਨ ਨੂੰ ਪੈਸੇ ਹੈ ਨਹੀਂਗੇ। ਉਹ ਜਿਹੜਾ ਦੀ ਦੇ ਕੇ ਤੇ ਉਹ ਕੰਮ ਨਿਬੜ ਜਾਣਾ। ਨੁਕਸਾਨ ਕਿਹਨੂੰ ਹੋਣਾ, ਇਹ ਵੱਡਾ ਸਵਾਲ ਹੈ ਜੀ। ਨੁਕਸਾਨ ਹੋਣਾ ਕਿਉਂਕਿ ਜਿਹੜਾ ਪੰਜਾਬ ਆ ਉਹ ਪਿੰਡਾਂ 'ਚ ਵੱਸਦਾ। ਬਿਲਕੁਲ, ਇਹਦਾ ਨੁਕਸਾਨ ਸਭ ਤੋਂ ਵੱਧ ਜਿਹੜਾ ਜੀ ਉਹ ਪੰਜਾਬ ਨੂੰ ਹੋਣਾ, ਪੰਜਾਬ ਦੀਆਂ ਪੰਚਾਇਤਾਂ ਨੂੰ ਹੋਣਾ। ਜੇ ਅੱਜ ਪੰਚਾਇਤਾਂ ਉੱਠ ਕੇ ਖੜੀਆਂ ਨਹੀਂ ਹੁੰਦੀਆਂ, ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬਿਲਕੁਲ ਉਹ ਖੜੀਆਂ ਨਹੀਂ ਹੁੰਦੀਆਂ ਆਪੋ ਆਪਣੇ ਪਿੰਡਾਂ ਦੀਆਂ ਜ਼ਮੀਨਾਂ ਬਚਾਉਣ ਦੇ ਵਾਸਤੇ, ਤੇ ਇਹ ਜ਼ਮੀਨਾਂ ਬਚਣੀਆਂ ਨਹੀਂ। ਅੱਛਾ, ਰਾਹ ਕੀ ਆ? ਅਗਲੇ ਕਹਿੰਦੇ ਹੁਣ ਅਸੀਂ ਕਿਵੇਂ ਪੰਗਾ ਲਈਏ? ਰਾਹ ਉਹ ਆ ਜਿਹੜਾ ਘਰਾਚੋਂ ਨੇ ਅਪਣਾਇਆ, ਜਿਹੜਾ ਕਿ ਗ੍ਰਾਮ ਸਭਾ ਵਾਲਾ ਜੀ। ਗ੍ਰਾਮ ਸਭਾ ਕੋਲੇ ਬਹੁਤ ਪਾਵਰਾਂ ਨੇ। ਗ੍ਰਾਮ ਸਭਾ ਦੇ ਵਿੱਚ ਮਤੇ ਪੰਚਾਇਤਾਂ ਪਾ ਦੇਣ, ਅੱਜ ਹੀ ਪਾ ਦੇਣ ਕਿ ਕਿਸੇ ਮੰਨ ਲਓ ਕੋਈ ਸਰਕਾਰ ਜ਼ਮੀਨ ਲੈਂਦੀ ਹੈ, ਪਹਿਲਾਂ ਤਾਂ ਉਹ ਦੱਸੇ ਵੀ ਜੇ ਤਾਂ ਸਰਕਾਰੀ ਪ੍ਰੋਜੈਕਟ ਆ ਰਿਹਾ ਉਹਦੇ ਵਿੱਚ ਉਸ ਪਿੰਡ ਦਾ ਕੀ ਹਿੱਸਾ ਪੱਤੀ ਹੋਊਗਾ। ਜਿਹੜੀ ਮੈਂ ਤੁਹਾਨੂੰ ਸਿੱਧੂਵਾਲ ਵਾਲੀ ਮਿਸਾਲ ਦਿੱਤੀ ਹੈ, ਇਹ ਦੱਸੋ ਸਾਡਾ ਕੀ ਹੋਊਗਾ। ਜੇ ਪ੍ਰਾਈਵੇਟ ਨੂੰ ਦੇ ਰਹੇ ਹੋ ਤਾਂ ਅਸੀਂ ਨਹੀਂ ਦੇਣੀ, ਤੁਹਾਨੂੰ ਕਾਰਪੋਰੇਟ ਘਰਾਣਿਆਂ ਨੂੰ ਨਾ ਕਰਨੀ ਪਊਗੀ, ਜਿਹੜੇ ਉਹ ਸਰਹੱਦਾਂ ਦੇ ਉੱਤੇ 3.5 ਮਹੀਨੇ ਤੋਂ ਜਿਹੜਾ ਜੀ ਉਹ ਬੈਠੇ ਇਹੀ ਤਾਂ ਲੜਾਈ ਉਹ ਲੜ ਰਹੇ ਆ। ਮੈਂ ਆਪਣਾ ਪੰਨੂ ਸਾਹਿਬ ਤੁਹਾਨੂੰ ਇੱਥੇ ਰੋਕਾਂਗਾ ਕਿ
ਤੁਸੀਂ ਇਹ ਗੱਲ ਕੀਤੀ ਕਿ ਇੱਕ ਮਤੇ ਪਾਏ ਜਾਣ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਵੀ ਸਾਡਾ ਹਿੱਸਾ ਕਿੰਨਾ ਰਹੇਗਾ, ਸਾਡੇ ਜਿਹੜੇ ਲੋਕਾਂ ਦਾ ਹਿੱਸਾ ਕਿੰਨਾ ਰਹੇਗਾ ਸਰਕਾਰੀ ਤੇ ਪਲੱਸ ਜਿਹੜਾ ਉਹਨਾਂ ਨੂੰ ਨੌਕਰੀਆਂ ਕਿੰਨੀਆਂ ਮਿਲਣਗੀਆਂ, ਇਹ ਸਾਰਾ ਕੁਝ। ਪਰ ਇਦਾਂ ਦਾ ਇੱਕ ਮਤਾ ਜਿਹੜਾ ਉਹ DCW ਜਿਹੜਾ ਪਟਿਆਲੇ BMW ਜਿਹੜੀ ਖੋਲ੍ਹੀ ਸੀ ਉਦੋਂ ਜਦੋਂ ਜ਼ਮੀਨਾਂ ਹਾਸਲ ਕੀਤੀਆਂ ਗਈਆਂ ਸੀ ਉਦੋਂ ਵੀ ਪਾਇਆ ਗਿਆ ਸੀਗਾ, ਉਦੋਂ ਵੀ ਇਹ ਵਾਅਦਾ ਕੀਤਾ ਗਿਆ ਸੀ ਵੀ ਇਲਾਕੇ ਦੇ ਲੋਕਾਂ ਨੂੰ ਨੌਕਰੀ ਮਿਲੇਗੀ, ਪਰ ਉਹ ਵਾਅਦਾ ਜਿਹੜਾ ਅੱਜ ਤੱਕ ਪੂਰਾ ਨਹੀਂ ਹੋਇਆ ਜੀ। ਕੁਲਵੰਤ ਸਿੰਘ ਜੀ, ਉੱਥੇ ਕਿਤੇ ਕਮਜ਼ੋਰੀ ਜਿਨ੍ਹਾਂ ਨੇ ਲਿਆ ਵਾਅਦਾ ਉੱਥੇ ਰਹਿ ਗਈ ਹੋਊਗੀ। ਸਿੱਧੂਵਾਲ ਦੀ ਮਿਸਾਲ ਤੁਹਾਡੇ ਸਾਹਮਣੇ ਆ ਜੀ, ਉਹ ਜਦੋਂ ਰਿਟਨ ਦੇ ਵਿੱਚ ਆਉਂਦਾ ਤੇ ਫਿਰ ਉਹ ਮੁੱਕਰ ਕੇ ਦਿਖਾਉਣ, ਕਿੱਦਾਂ ਉਹਨੂੰ ਮੁੱਕਣਗੇ, ਉਹ ਅਦਾਲਤ ਦੇ ਵਿੱਚ ਜਾਣਗੇ। ਜੇ ਹੁਣ ਗ੍ਰਾਮ ਸਭਾ ਨੇ ਪਾਤਾ ਮਤਾ ਵੀ ਅਸੀਂ ਘਰਾਚੋਂ ਨੇ ਕਿ ਅਸੀਂ ਪ੍ਰਾਈਵੇਟ ਨੂੰ ਨਹੀਂ ਦੇਣੀ, ਉਹਨਾਂ ਨੇ ਨਾਲ ਕਾਗਜ਼ ਲਾਤੇ 70% ਤਾਂ ਇਹਦੇ ਵਿੱਚ ਪ੍ਰਾਈਵੇਟ ਜਿਹੜਾ ਜੀ ਆ ਰਿਹਾ ਪਾਰਟਨਰਸ਼ਿਪ ਅਸੀਂ ਨਹੀਂ ਦਿੰਦੇ। ਉਹ ਕਮਜ਼ੋਰੀ ਉਹਨਾਂ ਦੀ ਕਿਸੇ ਜਗ੍ਹਾ ਦੇ ਉੱਤੇ ਰਹੀ ਹੋਊਗੀ। ਜੇ ਕੋਈ ਸਰਕਾਰੀ ਪ੍ਰੋਜੈਕਟ ਆਉਂਦਾ, ਮੰਨ ਲਓ ਸਰਕਾਰੀ ਮੈਡੀਕਲ ਕਾਲਜ ਆਉਂਦਾ, ਮੈਂ ਫਿਰ ਕਹੂੰ ਆਪਾਂ ਇੱਥੋਂ ਸਟਾਰਟ ਕੀਤੀ ਸੀ ਵੀ ਲੋੜ ਹੈ ਜੇ ਉਹ ਆਉਂਦਾ ਸਰਕਾਰੀ ਜਿਹੜਾ, ਤੇ ਉਹ ਪੰਚਾਇਤ ਦੀ ਜ਼ਮੀਨ ਲੈਂਦੇ ਆ ਤੇ ਉਹ ਕਰ ਸਕਦੇ। ਸਾਡੀਆਂ ਸੀਟਾਂ ਇਹਦੇ ਵਿੱਚ ਕਿੰਨੀਆਂ ਹੋਣਗੀਆਂ, ਦਰਜਾ 4 ਤੱਕ ਜਿਹੜੇ ਨੇ ਉਹਦੇ ਵਿੱਚ ਸਾਡੇ ਪਿੰਡਾਂ ਦੀ ਜਿਹੜੀ ਆ ਜੀ ਉਹ ਪਰਸੈਂਟੇਜ ਕੀ ਹੋਊਗੀ। ਜੇ ਤੁਸੀਂ ਇਹਨਾਂ ਹੱਕਾਂ ਦੇ ਵਾਸਤੇ ਲੜਨਾ ਸ਼ੁਰੂ ਕਰਤਾ, ਬੋਲਣਾ ਸ਼ੁਰੂ ਕਰ ਦਿੱਤਾ, ਫਿਰ ਇਹਨਾਂ ਜ਼ਰੂਰ ਆ ਜੀ ਇਹਨਾਂ ਲੋਕਾਂ ਨੂੰ ਕੰਨ ਹੋ ਜਾਣਗੇ ਇੱਕ ਵਾਰੀ ਕਿ ਹੁਣ ਇੰਨੀ ਸੌਖੀ ਨਹੀਂ ਰਹੂਗੀ ਇਹਨਾਂ ਪਿੰਡਾਂ ਦੀ ਜ਼ਮੀਨ ਖੋਹ ਲੈਣੀ। ਜਿਹੜਾ ਜੀ ਉਹ ਕਹਿੰਦੇ ਨਾ ਸ਼ੇਰ ਦੇ ਮੂੰਹ ਦੇ ਵਿੱਚੋਂ ਮਾਸ ਦਾ ਟੁਕੜਾ ਲੈ ਆਉਣਾ, ਘਰਾਚੋਂ ਇੱਦਾਂ ਹੋਇਆ ਜੀ। ਇਹ ਤਾਂ ਅੰਦਰੋਂ ਫੜ ਕੇ ਜਿਹੜਾ ਜੀ ਉਹ ਲੈਂਦਾ, ਉਹਨੂੰ ਭਾਰ ਮੁਕਤ ਦਾ ਸਰਟੀਫਿਕੇਟ ਲੈ ਕੇ ਉਹਦੇ ਲਈ ਅਪਲਾਈ ਜਿਹੜਾ ਕਰਜ਼ੇ ਲਈ ਵੀ ਕਰਤਾ ਸੀ, ਉਹ ਕਰਜ਼ਾ ਚੁੱਕ ਕੇ ਉਹਦਾ ਇਹਨਾਂ ਨੇ ਆਪਣਾ ਬਣਾ ਲੈਣਾ ਸੀ ਤੇ ਮੁੜ ਕੇ ਉਹ ਪ੍ਰਾਈਵੇਟ ਹੋ ਜਾਣਾ ਸੀ। ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਅਧਿਕਾਰੀਆਂ ਨੇ ਇਹ ਆਊਟ ਆਫ ਦੀ ਵੇ ਜਾ ਕੇ ਜਿਹੜੇ ਵੱਸੋਂ ਬਾਹਰ ਜਾ ਕੇ ਜਿਹੜਾ ਇਹ ਕੰਮ ਇਹਨਾਂ ਨੇ ਕਰ ਲਿਆ ਤੇ ਉਹ ਅਧਿਕਾਰੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਦੇਖੋ ਕੁਲਵੰਤ ਸਿੰਘ ਜੀ, ਇਹੀ ਤਾਂ ਸਮੱਸਿਆ ਹੈ। ਮੈਂ ਤਾਂ ਕਹਿੰਦਾ ਵੀ ਇਹ ਇੰਨਾ ਸਰਕਾਰੀ ਜੂਲੇ ਹੇਠ ਪੁਲਿਸ ਸਭ ਤੋਂ ਜ਼ਿਆਦਾ ਉਸ ਸਰਕਾਰੀ ਜੂਲੇ ਦੇ ਹੇਠ ਹੈ। ਪੁਲਿਸ ਜਿਹੜੀ ਆ ਉਹ ਜਿਹਦੀ ਸਰਕਾਰ ਹੁੰਦੀ ਉਹਦੇ ਕਹੇ ਦੇ ਉੱਤੇ ਕਿੰਨੇ ਮਾਮਲੇ ਜਿਹੜਾ ਜੀ ਉਹ ਦਰਜ ਕਰਦੀ ਹੈ। ਪਰ ਅੱਜ DSP ਤੇ ਤਾਂ ਮਾਮਲਾ ਹੋ ਗਿਆ ਜੀ। ਨਹੀਂ, ਉਹ ਤਾਂ ਖੈਰ ਉਹ ਹੋਰ ਟਾਈਪ ਦੀ ਜਿਹੜੀ ਸਟੋਰੀ ਹੈ ਜਿਹੜੇ DSP ਦੇ ਉੱਤੇ ਹੋਇਆ। ਮੁੜ ਕੇ ਜਦੋਂ ਉਹ ਸਰਕਾਰਾਂ ਬਦਲ ਜਾਂਦੀਆਂ ਨੇ, ਤੁਸੀਂ ਦੱਸੋ ਹੁਣ ਸਿੰਪਲ ਜੀ ਗੱਲ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਦੋਂ ਬਾਅਦ ਜਿਹੜੀ ਗੋਲੀ ਚੱਲੀ ਆ ਕਿਹਦੇ ਕਹੇ ਤੇ ਚਲਾਈ, ਠੀਕ ਹੈ ਨਾ, ਅਣਪਛਾਤੀ ਪੁਲਿਸ ਸੀ। ਅੱਜ ਉਦੋਂ ਦਾ DGP ਜਿਹੜਾ ਹੁਣ ਸਾਬਕਾ ਸਮੇਧ ਸੈਣੀ ਤੇ ਉਦੋਂ ਦਾ IG ਜਿਹੜਾ ਮੁਅੱਤਲ ਚੱਲ ਰਿਹਾ ਪਰਮਰਾਜ ਉਮਰਾ ਨੰਗਲ, ਉਹਦੇ ਪਿੱਛੇ ਕਿਹੜੀ ਸਰਕਾਰ ਖੜੀ ਆ ਹੁਣ? ਉਹਦੇ ਪਿੱਛੇ ਸਰਕਾਰ ਪਾਰਟੀ ਖੜੀ ਆ ਜੀ। ਅੱਜ ਵੀ ਇਹਨਾਂ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਰਕਾਰੀ ਧਿਰਾਂ ਦੇ ਕਹੇ ਦੇ ਉੱਤੇ ਇੰਨਾ ਜ਼ਿਆਦਾ ਜ਼ੁਲਮ ਜਿਹੜਾ ਜੀ ਉਹ ਲੋਕਾਂ ਦੇ ਉੱਤੇ ਨਾ ਕਰੋ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕਰ ਦਿਓ, ਉਹਨਾਂ ਦੇ ਤੁਸੀਂ ਗੋਲੀਆਂ ਜਿਹੜੀਆਂ ਉਹ ਚਲਾ ਦਿਓ। ਸਰਕਾਰਾਂ ਸਦਾ ਨਹੀਂ ਰਹਿੰਦੀਆਂ ਜੀ, ਸਰਕਾਰਾਂ ਨੇ ਬਦਲ ਜਾਣਾ ਹੁੰਦਾ, ਇਹ ਸਮਝਣਾ ਪਊਗਾ। ਮੈਂ ਸਮਝਦਾ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਕੀਤਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ BDPO ਨੇ ਜਿਹਨੇ ਕੀਤਾ ਜੀ, ਉਹਦੇ ਤੇ ਮਾਮਲਾ ਦਰਜ ਹੋਣਾ ਚਾਹੀਦਾ ਸਾਰਿਆਂ ਦੇ ਉੱਤੇ ਪਰਚਾ ਦਰਜ ਕਿ ਰਾਤ ਨੂੰ ਖੋਲ ਕੇ ਜਿਹੜੀ ਆ ਜੀ ਕਿਵੇਂ ਇੰਤਕਾਲ ਜਿਹੜਾ ਉਹ ਕੀਤਾ ਗਿਆ। ਇਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਤੇ ਬਾਕੀਆਂ ਨੂੰ ਕੰਨ ਹੋ ਜਾਣਗੇ ਜੀ। ਅੱਛਾ, ਹੁਣ ਇੱਥੇ ਇਹ ਤਾਂ ਹੋ ਗਿਆ ਵੀ ਇੱਕ ਕਿਸਾਨ ਜਿਹੜਾ ਸਰਪੰਚ ਜਾਗਰੂਕ ਸੀਗਾ ਉਹਨੇ ਆਪਣੀ ਜ਼ਮੀਨ ਬਚਾ ਲਈ, ਸਾਰੇ ਸ਼ਾਇਦ ਇਹਨੇ ਨਾ ਹੋਣ। ਇਹਦੇ ਵਿੱਚ ਜਿਸ ਤਰ੍ਹਾਂ ਹੁਣ ਸਿੰਘੂ ਬਾਰਡਰ ਜਾਂ ਬਾਕੀ ਬਾਰਡਰਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਚਾਇਤਾਂ ਦੀਆਂ ਜ਼ਮੀਨਾਂ ਖੋਹਣ ਦੀ ਗੱਲ ਆਈ ਤਾਂ ਕਿਸਾਨ ਜਥੇਬੰਦੀਆਂ ਦਾ ਵੀ ਵੱਡਾ ਰੋਲ ਰਹੇਗਾ ਜੀ? ਕੁਲਵੰਤ ਸਿੰਘ ਜੀ, ਜਿਹੜੇ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਟਰੈਕਟਰ ਤੋਂ ਜਿਹੜਾ ਅਸੀਂ ਟਰੋਲੀ ਟਾਈਮਸ ਤੱਕ ਆ ਗਏ ਤੇ ਟਰੈਕਟਰ ਟੂ ਟਵਿੱਟਰ ਤੱਕ ਆ ਗਏ। ਬਿਲਕੁਲ ਇਹਨੂੰ ਤੁਸੀਂ ਸਿੰਬੋਲਿਕ ਰੂਪ ਦੇ ਵਿੱਚ ਜਿਹੜਾ ਜੀ ਉਹ ਲੈਣਾ। ਜਿਹੜੀ ਟਰਾਲੀ ਹੈ ਨਾ ਉਹ ਸਭ ਤੋਂ ਵੱਡਾ ਹਥਿਆਰ ਦੇ ਰੂਪ ਦੇ ਵਿੱਚ ਆਊਗੀ ਆਉਣ ਵਾਲੇ ਸਮੇਂ ਦੇ ਦੌਰਾਨ। ਕਿਸਾਨਾਂ ਨੂੰ ਸਮਝ ਹੀ ਹੋਣ ਲੱਗੀ ਹੈ ਕਿ ਸਾਡੇ ਕੋਲੇ ਤਾਂ ਇੱਕ ਇਹੋ ਜਿਹਾ ਹਥਿਆਰ ਹੈ ਜਿਹਦੇ ਵਿੱਚ ਤੋਪਾਂ ਬੀੜਨ ਦੀ ਲੋੜ ਥੋੜ੍ਹੀ ਆ, ਬੰਬ ਰੱਖਣ ਦੀ ਲੋੜ ਥੋੜ੍ਹੀ ਹੈ। ਉਹ ਆਪਣੇ ਆਪ ਦੇ ਵਿੱਚ ਸਿੰਬੋਲਿਕ ਰੂਪ ਦੇ ਵਿੱਚ ਤੁਸੀਂ ਦੇਖਿਆ ਹੋਣਾ ਟਰੈਕਟਰ ਤੇ ਟਰਾਲੀ ਜਿਹੜੀ ਆ ਉਹ ਇੱਕ ਸੰਘਰਸ਼ ਦਾ ਚਿੰਨ੍ਹ ਬਣ ਗਏ। ਬਿਲਕੁਲ। ਤਾਂ ਮਤਲਬ ਕਿ ਉਹਦੇ ਵਿੱਚ ਤਾਂ ਰਿਹਾ ਵੀ ਜਾ ਸਕਦਾ। ਇਹ ਆ ਗਿਆ ਕਿ ਉਹਦੇ 'ਤੇ ਤਰਪਾਲ ਪਾ ਕੇ ਮੀਂਹ ਪੈਂਦਾ ਤਾਂ ਵੀ ਠੰਡ 'ਚ ਵੀ ਰਹਿ ਸਕਦੇ ਹਾਂ, ਗਰਮੀ ਵਿੱਚ ਵੀ ਜਿਹੜਾ ਉਹ ਰਹਿ ਸਕਦੇ ਹਾਂ। ਮੇਰੀ ਜਾਚੇ ਇਹ ਜਾਗਰਤੀ ਜਿਹੜੀ ਆ ਰਹੀ ਹੈ, ਜਿਹੜੇ ਉੱਥੇ ਬੈਠੇ ਨੌਜਵਾਨ ਨੇ ਖਾਸ ਤੌਰ ਦੇ ਉੱਤੇ, ਉਹਨਾਂ ਦੇ ਵਿੱਚ ਆ ਰਹੀ ਹੈ ਕਿ ਅਸੀਂ ਆਪਣੇ ਪਿੰਡਾਂ ਨੂੰ ਸੇਵ ਜਿਹੜਾ ਉਹ ਕਿਵੇਂ ਕਰਨਾ। ਜਦੋਂ ਤੁਸੀਂ ਆਪਣੇ ਕਿਸੇ ਵੀ ਇੱਕ ਹੱਕ ਪ੍ਰਤੀ ਜਾਗਰੂਕ ਹੋ ਜਾਂਦੇ ਹੋ, ਫਿਰ ਤੁਹਾਨੂੰ ਆਲੇ ਦੁਆਲੇ ਤੋਂ ਕੁਦਰਤੀ ਤੌਰ ਦੇ ਉੱਤੇ ਇੱਕ ਮਦਦ ਮਿਲਣੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਵੀ ਆਹ ਵੀ ਸਾਡੇ ਹੱਕ ਨੇ, ਆਹ ਵੀ ਸਾਡੇ ਹੱਕ ਨੇ। ਕਾਨੂੰਨ ਮੁਤਾਬਕ ਤੁਸੀਂ ਮੰਗ ਰਹੇ ਹੋ, ਤੁਸੀਂ ਕੋਈ ਜੰਗ ਥੋੜੀ ਨਾ ਲਾਈ ਹੋਈ ਹੈ ਔਰ ਇਹ ਤੁਹਾਡਾ ਫੰਡਾਮੈਂਟਲ ਰਾਈਟ ਹੈ, ਇਹ ਤੁਹਾਡਾ ਮੌਲਿਕ ਅਧਿਕਾਰ ਹੈ ਆਪਣੇ ਹੱਕਾਂ ਦੀ ਜਿਹੜੀ ਉਹ ਰਾਖੀ ਕਰਨੀ। ਜਦੋਂ ਹਰ ਬੰਦਾ ਸੋਚਣਗੇ, ਇਹ ਵੀ ਤੁਸੀਂ ਦੇਖ ਲੈਣਾ, ਇਹ ਸੋਚਣਗੇ ਇਹ ਇੰਨੀਆਂ ਸੌਖੀਆਂ ਨਹੀਂ ਰਹਿਣਗੀਆਂ ਦੀ ਜ਼ਮੀਨਾਂ ਵਗੈਰਾ ਜਿਹੜੀਆਂ ਉਹ ਸਰਕਾਰਾਂ ਦੇ ਵੱਲੋਂ ਹੜੱਪ ਲੈਣੀਆਂ ਜਿੰਨੀਆਂ ਪਹਿਲਾਂ ਸੀਗੀਆਂ। ਕੋਸ਼ਿਸ਼ਾਂ ਜਾਰੀ ਨੇ, ਪਰ ਇਹਦੇ ਵਾਸਤੇ ਉੱਠ ਕੇ ਜਿਹੜਾ ਅਸੀਂ ਤਾਂ ਜਾਗਰੂਕ ਕਰ ਸਕਦੇ ਹਾਂ ਨਾ, ਅਸੀਂ ਤਾਂ ਦੱਸ ਸਕਦੇ ਹਾਂ ਭਾਈ ਆਹ ਹੋ ਰਿਹਾ, ਅਸੀਂ ਤਾਂ ਡੱਬੂ ਹਾਂ, ਸਾਡਾ ਕੰਮ ਭੌਂਕਣਾ ਹੈ।
ਬਿਲਕੁਲ। ਦੇਖੋ ਉੱਠਣਾ ਜਾਂ ਉੱਠ ਕੇ ਆਪਣੇ ਹੱਕਾਂ ਦੀ ਜਿਹੜੀ ਰਾਖੀ ਕਰਨੀ, ਉਹ ਉਦੋਂ ਬਾਅਦ ਉਹਨਾਂ ਦੀ ਡਿਊਟੀ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ ਔਰ ਹੋ ਰਹੇ ਆ ਬਹੁਤ ਕੁਝ ਜਿਹੜੀ ਉਹ ਚੇਂਜ ਹੈ ਉਹ ਆ ਰਹੀ ਆ। ਮੈਂ ਤਾਂ ਕਹਿ ਰਿਹਾ ਕਿ ਟਰੈਕਟਰ ਤੇ ਟਰਾਲੀ ਜਿਹੜੀ ਆ ਉਹ ਇੱਕ ਸਿੰਬਲ ਬਣ ਕੇ ਉਭਰਨਗੇ ਸੰਘਰਸ਼ ਦਾ, ਕਿਸੇ ਵੀ ਜਗ੍ਹਾ ਹੋਣ ਵਾਲੇ ਜਿਹੜੇ ਉਹ ਸੰਘਰਸ਼ ਦਾ। ਤੇ ਜਦੋਂ ਟਰੈਕਟਰ ਤੇ ਟਰਾਲੀ ਸਿੰਬਲ ਬਣ ਗਏ, ਇਟ ਮੀਨਸ ਕਿ ਪਿੰਡ ਸਿੰਬਲ ਬਣ ਜਾਣਗੇ। ਸੋ ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ। ਉਹ ਸਨ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਤੇ ਬੜੇ ਹੀ ਬਰੀਕੀ ਦੇ ਨਾਲ ਆਪਾਂ ਨੂੰ ਇਹ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਹੜਪਣ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਸ ਤਰੀਕੇ ਦੇ ਨਾਲ ਪੰਚਾਇਤਾਂ ਦੀ ਜਿਹੜੀ ਆਮਦਨ ਹੈ ਉਹਦੇ ਵਿੱਚੋਂ ਵੀ ਸਰਕਾਰ ਨੇ 10% ਜਿਹੜਾ ਉਹ ਲੈਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਗ੍ਰਾਂਟਾਂ ਦੇਣੀਆਂ ਤਾਂ ਕੀ ਸੀ, ਉਲਟਾ ਉਹਨਾਂ ਕੋਲੋਂ ਲੈਣੀ ਸ਼ੁਰੂ ਕਰ ਦਿੱਤੀਆਂ ਨੇ। ਕਿਸ ਤਰੀਕੇ ਦੇ ਨਾਲ ਜਿਹੜਾ ਉਹ ਵੱਡੇ ਲੈਵਲ ਦੇ ਉੱਤੇ ਇਹ ਇੱਕ ਵੱਡਾ ਜਿਹੜਾ ਉਹ ਮੁਹਿੰਮ ਛੇੜ ਕੇ ਤੇ ਸਰਕਾਰ ਜਿਹੜੀ ਆ ਉਹ ਪਿੰਡਾਂ ਨੂੰ ਆਪਣੇ ਕਬਜ਼ੇ 'ਚ ਲੈਣਾ ਚਾਹ ਰਹੀ ਹੈ। ਇੱਕ ਜਾਗਰੂਕ ਕਿਸਾਨ ਨੇ, ਜਿਹੜਾ ਸਰਪੰਚ ਨੇ, ਆਪਣੀ ਜ਼ਮੀਨ, ਪੰਚਾਇਤ ਦੀ ਜ਼ਮੀਨ ਬਚਾ ਲਈ ਹੈ। ਇੱਕ ਜਾਗਰੂਕ ਪੰਚਾਇਤ ਨੇ ਆਪਣੇ ਏਰੀਏ ਦੇ ਵਿੱਚ ਜਿਹੜਾ ਕਾਲਜ ਖੁੱਲ੍ਹ ਰਿਹਾ ਸੀ ਉਹਦੇ ਵਿੱਚ ਆਪਣੇ ਲੋਕਾਂ ਨੂੰ ਜਿਹੜਾ ਨੌਕਰੀਆਂ ਤੇ ਉਹ ਸੀਟਾਂ ਜਿਹੜੀਆਂ ਸੁਰੱਖਿਅਤ ਕਰ ਲਈਆਂ ਨੇ। ਬਾਕੀ ਦੇ ਕਿੰਨੀ ਕੁ ਦੇਰ ਤੱਕ ਜਾਗਰੂਕ ਹੁੰਦੇ ਨੇ, ਬਾਕੀ ਦੇ ਕਿੰਨੀ ਕੁ ਦੇਰ ਤੱਕ ਆਪਣੇ ਲੋਕਾਂ ਦੇ ਹੱਕਾਂ ਦੇ ਲਈ ਜਿਹੜੇ ਉਹ ਖੜੇ ਹੁੰਦੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਬੜਾ ਦਿਲਚਸਪ ਹੋਏਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।